ਗੁਰਾਸਰੇ ਘਰ ਆਏ ਹਾਂ ਜੀ ਅਸੀਂ। ਉਹ ਵਾਹਿਗੁਰੂ ਦਾ ਘਰ, ਉਹ ਸੱਚੇ ਪਾਤਸ਼ਾਹ ਦਾ ਘਰ, ਜਿੱਥੇ ਵਾਹਿਗੁਰੂ ਦੇ ਉਹ ਬੱਚੇ ਜਿਹੜੇ ਸੜਕਾਂ ਦੇ ਲਵਾਰਸ, ਵਾਹਿਗੁਰੂ ਦੀਆਂ ਉਹ ਬਜ਼ੁਰਗ ਰੂਹਾਂ, ਉਹ ਸਾਡੇ ਨੌਜਵਾਨ ਵੀਰ, ਸਾਡੀਆਂ ਭੈਣਾਂ ਜਿਹੜੇ ਸੜਕਾਂ 'ਤੇ ਰੁਲਦੇ ਨੇ, ਕੀੜੇ ਪਏ ਹੋਏ ਨੇ, ਨਰਕ ਤੋਂ ਬਦਤਰ ਜ਼ਿੰਦਗੀ ਕੱਢਣ ਲਈ ਮਜਬੂਰ ਨੇ, ਉਹਨਾਂ ਦਾ ਇਹ ਘਰ ਆ। ਨਿਆਸਰਿਆਂ ਦਾ ਇਹ ਆਸਰਾ ਵਾ। ਇਹ ਗੜਦੀਵਾਲ ਬਾਬਾ ਦੀਪ ਸਿੰਘ ਗੜਦੀਵਾਲ ਸੇਵਾਦਾਰ ਵਾਲੇ ਵੀਰ, ਸਾਡਾ ਮਨਜੋਤ ਵੀਰ ਤੇ ਬਾਈ ਜੀ ਸਾਡੇ, ਇਹਨਾਂ ਦੇ ਜਿਹੜੀ ਕਿ ਉਪਰਾਲੇ ਸਦਕਾ ਇਹ ਘਰ ਚੱਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਭਾਈ ਗੁਰਪ੍ਰੀਤ ਸਿੰਘ ਮਿੰਟੂ ਜਿਸ ਨੂੰ ਸੰਚਾਲਿਤ ਕਰਦੇ ਨੇ, ਤੇ ਦੂਸਰਾ ਨਾਮ ਹੈ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ ਵਾਲੇ ਸਿੰਘ ਵੀਰ ਨਵਜੋਤ ਸਿੰਘ ਖਾਲਸਾ, ਜੋ ਦਿਨ ਰਾਤ ਗਰੀਬ ਗੁਰਬਿਆਂ ਦੀ ਲੋੜਵੰਦਾਂ ਦੀ ਮਦਦ ਕਰਦੇ ਨੇ, ਆਪਣੇ ਹੱਥੀਂ ਲੋਕਾਂ ਦਾ ਇਲਾਜ ਕਰਦੇ ਨੇ, ਕੀੜੇ ਕੱਢਦੇ ਨੇ ਤੇ ਉਹਨਾਂ ਨੂੰ ਇੱਕ ਹੱਸਦਾ ਖੇਡਦਾ ਪਰਿਵਾਰ ਦਿੰਦੇ ਨੇ। ਤੇ ਜਿੱਥੇ ਵੀ ਇਹ ਆਸ਼ੀਆਨੇ ਬਣੇ ਹੋਏ ਨੇ, ਅਗਰ ਉਹਨਾਂ ਥਾਂ ਨੂੰ ਸਵਰਗ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ, ਕਿਉਂਕਿ ਇਹ ਉਹ ਸਥਾਨ ਨੇ ਜਿੱਥੇ ਤੁਸੀਂ ਪੈਰ ਧਰਦੇ ਹੋ ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿਸੇ ਸਵਰਗ ਦੇ ਵਿੱਚ ਆ ਗਏ ਹੋ, ਜਿੱਥੇ ਹਰ ਗਰੀਬ ਗੁਰਬੇ ਨੂੰ, ਬਿਮਾਰ ਨੂੰ ਇਲਾਜ ਮਿਲਦਾ ਹੈ, ਉਸ ਦਾ ਖਿਆਲ ਰੱਖਿਆ ਜਾਂਦਾ ਹੈ, ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ, ਉਹਨਾਂ ਬਜ਼ੁਰਗਾਂ ਦਾ ਧਿਆਨ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਆਪਣਿਆਂ ਨੇ ਧੱਕੇ ਮਾਰ ਘਰੋਂ ਕੱਢ ਦਿੱਤਾ, ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ, ਜੋ ਸੜਕਾਂ ਉੱਤੇ ਲਵਾਰਸ ਪਏ ਕੀੜਿਆਂ ਤੋਂ ਖਾਧੇ ਜਾ ਰਹੇ ਸੀ। ਆਓ ਮਾਰਦੇ ਇੱਕ ਨਜ਼ਰ ਜਦੋਂ ਭਾਈ ਗੁਰਪ੍ਰੀਤ ਸਿੰਘ ਮਿੰਟੂ ਪਹੁੰਚੇ ਬਾਬਾ ਦੀਪ ਸਿੰਘ ਸੇਵਾ ਦਲ ਦੇ ਇਸ ਸਵਰਗ ਵਿੱਚ। ਉਹਨਾਂ ਨੇ ਉੱਥੇ ਪਹੁੰਚ ਕੀ ਕਿਹਾ ਜਦੋਂ ਬਾਬੇ ਨਾਨਕ ਦੇ ਇਹ ਦੋ ਦੂਤ ਇਕੱਠਾ ਹੋਏ, ਨਵਜੋਤ ਸਿੰਘ ਖਾਲਸਾ ਅਤੇ ਭਾਈ ਗੁਰਪ੍ਰੀਤ ਸਿੰਘ ਮਿੰਟੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਾਸਰੇ ਘਰ ਆਏ ਹਾਂ ਜੀ ਅਸੀਂ। ਉਹ ਵਾਹਿਗੁਰੂ ਦਾ ਘਰ, ਉਹ ਸੱਚੇ ਪਾਤਸ਼ਾਹ ਦਾ ਘਰ, ਜਿੱਥੇ ਵਾਹਿਗੁਰੂ ਦੇ ਉਹ ਬੱਚੇ ਜਿਹੜੇ ਸੜਕਾਂ ਦੇ ਲਵਾਰਸ, ਵਾਹਿਗੁਰੂ ਦੀਆਂ ਉਹ ਬਜ਼ੁਰਗ ਰੂਹਾਂ, ਉਹ ਸਾਡੇ ਨੌਜਵਾਨ ਵੀਰ, ਸਾਡੀਆਂ ਭੈਣਾਂ ਜਿਹੜੇ ਸੜਕਾਂ 'ਤੇ ਰੁਲਦੇ ਨੇ, ਕੀੜੇ ਪਏ ਹੋਏ ਨੇ, ਨਰਕ ਤੋਂ ਬਦਤਰ ਜ਼ਿੰਦਗੀ ਕੱਢਣ ਲਈ ਮਜਬੂਰ ਨੇ, ਉਹਨਾਂ ਦਾ ਇਹ ਘਰ ਆ। ਨਿਆਸਰਿਆਂ ਦਾ ਇਹ ਆਸਰਾ ਵਾ। ਇਹ ਗੜਦੀਵਾਲ ਬਾਬਾ ਦੀਪ ਸਿੰਘ ਗੜਦੀਵਾਲ ਸੇਵਾਦਾਰ ਵਾਲੇ ਵੀਰ, ਸਾਡਾ ਮਨਜੋਤ ਵੀਰ ਤੇ ਬਾਈ ਜੀ ਸਾਡੇ, ਇਹਨਾਂ ਦੇ ਜਿਹੜੀ ਕਿ ਉਪਰਾਲੇ ਸਦਕਾ ਇਹ ਘਰ ਚੱਲ ਰਿਹਾ। ਤੇ ਅਸੀਂ ਅੱਜ ਆਏ ਹਾਂ, ਜੁੜੇ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਹੋਏ ਆ, ਪਰ ਇੱਥੇ ਆਉਣ ਦਾ ਅੱਜ ਸਾਨੂੰ ਮੌਕਾ ਮਿਲਿਆ ਤੇ ਇੱਥੇ ਆ ਕੇ ਸਾਨੂੰ ਇੱਦਾਂ ਹੀ ਫੀਲ ਹੋਇਆ ਜਿਵੇਂ ਅਸੀਂ ਸੁਪਨਿਆਂ ਦੇ ਘਰ 'ਚ ਹੀ ਹੁੰਦੇ ਆ, ਕਿਉਂਕਿ ਸਾਰਾ ਕਾਰਜ ਆ ਜਿਹੜਾ ਉਹੀ ਆ, ਬਸ ਛੱਤਾਂ ਤੇ ਏਰੀਆ ਬਦਲ ਗਿਆ। ਤੇ ਬਹੁਤ ਵੱਡੀ ਸੇਵਾ ਜਿਹੜੀ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਨੇ ਮਨਜੋਤ ਵੀਰ ਨੂੰ ਬਖਸ਼ੀ ਆ, ਤੇ ਨਾਲ ਸਾਡਾ ਪਾਲ ਕਰੌੜ ਆ ਵੀਰ, ਇਹਨੇ ਵੀ ਵੀਰ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣਾ ਫਰਜ਼ ਨਾਲ ਤੇ ਇੱਕ ਛੋਟਾ ਜਿਹਾ ਸੁਪਨਿਆਂ ਦਾ ਘਰ ਬਣਾ ਰਿਹਾ ਬਾਈ। ਉੱਥੇ ਆਪਣੇ ਪਿੰਡ ਹੈਗਾ ਪਟਿਆਲੇ ਦੇ ਕੋਲ, ਲਚਕਾਣੀ ਪਿੰਡ ਆ ਜੀ, ਭਾਰਸੋਂ ਦੇ ਕੋਲ, ਭਾਰਸੋਂ ਰੋਡ ਦੇ ਉੱਪਰ। ਤੇ ਅਸੀਂ ਆਲਮੋਸਟ ਆਪਸ ਵਿੱਚ ਹਰ ਗੱਲ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ, ਕਿਉਂਕਿ ਸਾਡੀ ਜਿਹੜਾ ਸੇਵਾ ਕਰਨ ਦਾ ਤਰੀਕਾ ਜਾਂ ਜਿਹੜੀ ਸਾਨੂੰ ਸੇਵਾ ਵਾਹਿਗੁਰੂ ਨੇ ਬਖਸ਼ੀ ਆ, ਉਹ ਇੱਕੋ ਜਿਹੀ ਹੋਈ ਆ। ਤੇ ਅਲੱਗ-ਅਲੱਗ ਏਰੀਏ 'ਚ ਕਰਦੇ ਆ, ਪਰ ਸਾਡਾ ਕੰਮ ਕਰਨ ਦਾ ਜਿਹੜਾ ਨਜ਼ਰੀਆ, ਸੋਚ ਆ, ਉਹ ਸਾਡੀ ਭਰਾਵਾਂ ਦੀ ਇੱਕੋ ਜਿਹੀ ਆ। ਅੱਜ ਅਸੀਂ ਮਨਜੋਤ ਕੋਲ ਆਏ, ਬਹੁਤ ਮਨ ਖੁਸ਼ ਹੋਇਆ। ਤੁਹਾਨੂੰ ਵੀ ਮਿਲਾਉਂਦੇ ਹਾਂ ਅਸੀਂ ਕਿੱਦਾਂ ਕਿੱਦਾਂ ਮਨਜੋਤ ਸੇਵਾ ਕਰ ਰਿਹਾ, ਕਿੱਦਾਂ ਬਜ਼ੁਰਗਾਂ ਦੀ, ਬੱਚਿਆਂ ਦੀ ਇੱਥੇ ਸੇਵਾ ਹੋ ਰਹੀ ਆ। ਇਹ ਬੱਚਾ ਭਾਜੀ ਪ੍ਰੋਬਲਮ ਦਾ ਇਹ ਬੱਚਾ ਧੜਾਲਾ ਕੀਤਾ, ਇਹਦੀ ਮਾਂ ਨੇ ਨੀਂਦੀਆਂ ਜੋ ਨਾ ਦਿਮਾਗ ਬਿਲਕੁਲ ਡੈਮੇਜ ਕਰਦਾ, ਬਿਲਕੁਲ ਇੱਦਾਂ ਹੀ ਆ ਭਾਜੀ ਪ੍ਰਸਾਦਾ ਪਾਣੀ ਪੀਂਦੇ ਹੀ ਬੁੱਟੀਆਂ ਕਰਕੇ ਗੋਲੀਆਂ ਨਾ ਹੋਇਆ ਕਿ ਗੋਲੀਆਂ ਦਾ ਬਾਹਰ ਕੋਈ ਗੋਲੀ ਸਮਾਉਣ ਲਈ ਵੀ ਸੁੱਤਾ ਰਹੇ, ਰੋਵੇ ਨਾ ਆਪ ਗਲਤ ਕੰਮ ਕਰਦੇ ਆ ਦੌੜ ਜਸਪ੍ਰੀਤ ਦਾ ਭਾਜੀ, ਇਹ ਜਸਪ੍ਰੀਤ ਆ, ਇਹ ਜਸਪ੍ਰੀਤ ਆ, ਇਹਦੇ ਨਾਲ ਭਾਜੀ ਦਾ 2 ਗ੍ਰਾਮ ਬਲੱਡ ਸੀਗਾ ਜਦੋਂ ਨਾ ਲੈ ਕੇ ਇਹਦਾ ਉਹਦਾ ਬੈਠਦਾ ਆਪਾਂ ਜੀ ਹੁਣ ਤਾਂ ਇਹਦਾ ਤੁਰਨ ਲੱਗ ਪਿਆ, ਇਹਦਾ ਤੁਰਨ ਲੱਗ ਪਿਆ। ਇਹਦਾ ਤਾਂ ਬਿਲਕੁਲ ਇੱਦਾਂ ਹੀ ਲਿਆਂਦਾ ਸੀ, ਇਹਦਾ ਖੜਾ ਹੋ ਜਾਂਦਾ ਤੁਰ ਪਾਉਂਦਾ, ਇਹਦਾ ਬਿਲਕੁਲ ਇੱਦਾਂ ਹੀ ਲਿਆਂਦਾ। ਹੁਣ ਤੁਰਦਾ ਕਿਹਦੇ ਹੋ ਜਾਣਾ। ਹਾਂ ਤੁਰਦਾ ਬਿਲਕੁਲ ਠੀਕ ਹੈ ਜੀ, ਲੱਤਾਂ ਹੁਣ ਸੁੱਕੀਆਂ ਹੋ ਜਾਂਦੀਆਂ। ਹਾਂਜੀ 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 ਹਾਂਜੀ। ਇਹਦੇ ਨਾ ਬਾਪ ਜਿੱਦਾਂ ਛੱਡ ਕੇ ਚਲਾ ਗਿਆ, ਮਾਂ ਦੀ ਜਾਊਗੀ। ਇਹ ਨਾਨਕਿਆਂ ਦੇ ਦਾਦਕਿਆਂ ਦੇ ਕਿਉਂਕਿ ਨਹੀਂ ਕਹਿੰਦੇ ਸਾਡੇ ਸੀਐਮ ਕਿਵੇਂ
ਇਹਨਾਂ ਨਾ ਜੀ ਸਾਡੇ CFC ਹਸਪਤਾਲ ਦੇ ਡਾਕਟਰ ਸੰਤੋਸ਼ ਡਾਕਟਰ ਹਾਂਜੀ ਹੈਗਾ ਉੱਥੋਂ ਸਾਊਥ ਇੰਡੀਆ ਨਾਲ ਤਾਮਿਲਨਾਡੂ ਦੇ ਠੀਕ ਉਹ ਇੰਨਾ ਸਿਆਣਾ ਹਾਂ ਜੁਰਾਵਰ ਸਿੰਘ ਬਈ ਫਤਿਹ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਨੂੰ ਵਾਹਿਗੁਰੂ ਸੁਣਦਾ ਪਤਾ ਨਹੀਂ ਆਉਂਦਾ ਉਹ ਵਿੱਚ ਤਾਂ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬੀ ਦੁਆ ਸਾਨੂੰ ਤਾਂ ਇਹ ਨਾਲ ਬਾਬੇ ਬਾਬੇ ਤੱਕ ਕੋਈ ਭਾਜੀ ਨਹੀਂ ਸਹੀ ਗੱਲ ਆ ਜੀ ਆਪਣੀ ਸਤਿ ਸ੍ਰੀ ਅਕਾਲ ਆਪਣੀ ਠੀਕ ਠਾਕ ਹੋ ਖੁਸ਼ ਹੋ ਸਾਰੇ ਵਾਹਿਗੁਰੂ ਦਾ ਨਾਮ ਲਿਆ ਕਰੋ ਸੇਵਾ ਕਰਾਇਆ ਕਰੋ ਨਾਲ ਜਿੰਨਾ ਵੀ ਕਿਤੇ ਸਮਾਂ ਤੁਹਾਡੇ ਕੋਲੇ ਹੁੰਦਾ ਨਾ ਇੱਕ ਦੂਜੇ ਦਾ ਸਾਥ ਉੱਥੇ ਵੀ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਿਵੇਂ ਜਿਹਦੇ ਕੋਲੇ ਦਿਮਾਗ ਹੈਗਾ ਸਹੀ ਤਰੀਕੇ ਨਾਲ ਜਿਵੇਂ ਬਾਪੂ ਜੀ ਹੁਣ ਤੁਸੀਂ ਬੋਲਦੇ ਹੋ ਸਮਝਦੇ ਹੋ ਉਹ ਸਾਈਡ ਤੁਹਾਡੇ ਕੋਲੇ ਕੋਈ ਬੈਠਾ ਬੰਦਾ ਜਿਹੜਾ ਨਾ ਸਮਝ ਰੱਖਦਾ ਹੋਵੇ ਦਿਮਾਗ ਨਾਲ ਮਦਦ ਕਰ ਲਓ ਨਾ ਗੱਲਾਂ ਗੁੱਲਾਂ ਕਰੀ ਜਾਇਆ ਕਰੋ ਬੈਠੇ ਪੁੱਛੀ ਗਏ ਵੀ ਕੀ ਹਾਲ ਹੈ ਤੇਰਾ ਕੀ ਨਾਂ ਤੇਰਾ ਪਿੰਡ ਕਿਹੜਾ ਸੀ ਛੋਟਾ ਹੁੰਦਾ ਤੂੰ ਕੀ ਕੰਮ ਕਰਦਾ ਸੀ ਇਹਦੇ ਨਾਲ ਬਹੁਤ ਛੇਤੀ ਠੀਕ ਹੁੰਦੇ ਆ ਬੰਦੇ ਹਾਂਜੀ ਇਹ ਬੜੇ 35 ਸਾਲ ਬਾਅਦ ਬਾਬਾ ਜੀ ਬਾਕੀ ਸਿੰਘ ਇਹ ਜੜਾਂ ਹੀ ਬਣ ਗਈਆਂ ਪੈਰਾਂ ਤੇ ਫਿਰ ਜੜਾਂ ਬਣ ਗਈਆਂ 35 ਸਾਲ ਬਾਅਦ ਉਹ ਜਿਹੜੇ ਕਮਰੇ 'ਚ ਹਾਂ ਸੀ ਉਹ ਰੇਲ ਸੀਗੇ ਨਾ ਇੱਥੇ ਜੜਾਂ ਹਨੇਰੇ ਕਮਰੇ 'ਚ ਬੈਠੇ। ਹਾਂਜੀ ਨੇਰੇ ਕਮਰੇ 'ਚ 35 ਸਾਲ ਬਾਪੂ ਜੀ ਸਤਿ ਸ੍ਰੀ ਅਕਾਲ ਹੋਰ ਕੀ ਨਾਮ ਤੁਹਾਡਾ ਸਿੰਦਰ ਸਿੰਘ ਸਭ ਤੋਂ ਛੋਟਾ ਕੀ ਨਾਮ ਸੋਹਣ ਲਾਲ ਇਹਨਾਂ ਦੇ ਬੱਚਿਆਂ ਦੇ ਕਰਮ ਪੈਰੋਂ ਜਿੱਦਾਂ ਬੱਚਿਆਂ ਦੇ ਬੱਚੇ ਕੋਈ ਨਾ ਬਾਪੂ ਉਹ ਕਰਮ ਉਹਨਾਂ ਦੇ ਮਾੜੇ ਉਹਨਾਂ ਦੇ ਕਰਮ ਮਾੜੇ ਤੇਰੇ ਨਾ ਮਾੜੇ ਸੋਚੀ ਇਹਨਾਂ ਦਾ ਤੇਰਾ ਪੁੱਤ ਕਿੰਨੇ ਪੁੱਤ ਮਿਲ ਕੇ ਕਿੰਨੇ ਭਰਾ ਮਿਲ ਕੇ ਕਿੰਨਾ ਘਰ ਮਿਲ ਗਿਆ ਹਨਾ ਤੇ ਉਹਨਾਂ ਦੇ ਕਰਮ ਮਾੜੇ ਆ ਵੀ ਜਿਹੜੇ ਤੈਨੂੰ ਸੇਵਾ ਨਹੀਂ ਕਰਦੇ ਸਕੇ ਹਨਾ ਉਹਨਾਂ ਦੀ ਕਰਮ ਉਹਨਾਂ ਨਾਲ ਇਹੀ ਕੁਝ ਹੋਣਾ ਤੂੰ ਡਬਲ ਹੋਊ ਬਾਪੂ ਇੱਥੇ ਹੀ ਆ ਇੱਥੇ ਹੀ ਦੇਣੇ ਲੈਣੇ ਯਾਨੀ ਕਿ ਇੱਕ ਹੋਰ ਜਿਵੇਂ ਆਪਣੇ ਵਲੰਟੀਅਰ ਟੀਮ ਦੇ ਮੈਂਬਰ ਆ ਹਾਂਜੀ ਉਹਨਾਂ ਨੂੰ ਇੱਕ ਚੀਜ਼ ਬੇਨਤੀ ਕਰਦੇ ਵੀ ਇਹਨਾਂ ਨੂੰ ਦੁਪਹਿਰ ਦੇ ਟਾਈਮ ਘੰਟਾ ਇੱਕ ਥਾਂ ਤੇ ਇਕੱਠੇ ਬਿਠਾ ਕੇ ਨਾ ਠੀਕ ਹੈ ਜਿਵੇਂ ਮੰਨ ਲਓ ਕੋਈ ਟਾਸਕ ਦੇਤਾ ਕੋਈ ਸ਼ਬਦ ਲਾ ਰਿਹਾ ਕੋਈ ਸ਼ੇਅਰ ਸੁਣਾ ਰਿਹਾ ਕੋਈ ਬੰਦਾ ਗਾਣਾ ਗਾਵੇ ਮਤਲਬ ਇਹਨਾਂ ਦੀ ਐਕਟੀਵਿਟੀ ਆਪਸ ਵਿੱਚ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਬੰਦੇ ਚੁੱਪਚਾਪ ਬੈਠੇ ਹੁੰਦੇ ਸਾਰਾ ਸਾਰਾ ਦਿਨ ਹਾਂਜੀ ਜਿਹੜੇ ਬਹੁਤ ਬੰਦੇ ਬਹੁਤ ਕਿਸੇ ਨੂੰ ਬੁਲਾਉਣਾ ਹੀ ਨਹੀਂ ਦੁਨੀਆ ਦਾ ਕੋਈ ਮਤਲਬ ਨਹੀਂ ਉਹ ਬੰਦਿਆਂ ਨੇ ਠੀਕ ਹੀ ਨਹੀਂ ਹੋਣਾ ਕਿਉਂਕਿ ਉਹਨਾਂ ਦੀ ਇੱਕ ਦੁਨੀਆ ਬਣਾਈ ਹੈ ਬਾਪੂ ਦੁਨੀਆ ਚ ਰਹਿੰਦੇ ਨੇ ਉਹ ਤੋਂ ਕੱਢਣਾ ਪੈਣਾ ਉਹਨਾਂ ਨੂੰ ਤਾਂ ਹੀ ਕੱਢਾ ਕਿ ਉਹਨੂੰ ਆਪਾਂ ਕੈਰਮ ਬੋਰਡ ਲਿਆ ਦੋ ਹਾਂ ਕੈਰਮ ਬੋਰਡ ਰਾਤ ਨੂੰ ਤਾਂ ਖੇਡਦੇ ਰਹਿੰਦੇ ਸਾਰਾ ਕੁਝ ਖੇਡਦੇ ਰਹਿੰਦੇ ਆ ਸਾਡੇ ਕੋਲ ਠੀਕ ਹੋਣ ਦੀ ਰੇਸ਼ੋ ਤਾਂ ਹੀ ਆ ਤੇ ਠੀਕ ਆ ਠੀਕ ਹੁੰਦੇ ਨੂੰ ਕਿੰਨਾ ਨਹੀਂ ਪੈਣਾ ਉਹ ਗੱਲ ਸਾਡਾ ਬਣ ਸਕਿਆ ਉਹ ਟੀਵੀ ਦਾ ਜਿਹੜੇ ਟੀਵੀ ਦੇ ਜਿਹੜੇ ਟੀਵੀ ਨਾਲ ਦੱਸ ਦੇ ਚੁੱਪ ਕਰਕੇ ਬੈਠੇ ਹੁੰਦੇ ਆ ਉਹਨਾਂ ਨੂੰ ਛਿੜੀ ਗਏ ਕਿ ਤੁਸੀਂ ਪੜ੍ਹਦੇ ਕਿ ਨਹੀਂ ਜਾ ਕਰ ਲਿਆ ਕੈਰਮ ਬੋਰਡ ਰੱਖ ਕੇ ਕੈਰਮ ਬੋਰਡ ਖੇਡਣ ਲੱਗ ਗਏ ਤਾਸ਼ੀ ਖੇਡਣ ਲੱਗ ਗਏ ਉਹਨਾਂ ਦੀਆਂ ਸ਼ੁਰੂ ਕੀਤਾ ਵਾ ਵੀ ਆਹ ਭੰਗੜਾ ਜੀ ਥੋੜਾ ਭੰਗੜਾ ਪਾਓ ਸਾਰੇ ਕੁਰਕੀ ਵਾਲੀ ਗੱਲਾਂ ਸੁਣ ਕੇ ਉਹ ਲਾ ਦੇਗਾ ਬੇਸਮੈਂਟ ਤੇ ਲੈ ਜਾਈਏ 10-15 ਬੰਦੇ ਆ ਭੰਗੜਾ ਪਾਉਂਦੇ ਆ ਯਾਨੀ ਕਿ ਉਹਦੇ ਨਾਲ ਉਹਨਾਂ ਦਾ ਮਨ ਨੂੰ ਚੀਜ਼ਾਂ ਯਾਦ ਆਉਣਗੀਆਂ ਪੁਰਾਣੀਆਂ ਜਿਹੜਾ ਲਗਾਇਆ ਹੁੰਦੇ ਕੋਈ ਗੱਲ ਨਹੀਂ ਕੋਈ ਗੱਲ ਇਹਨਾਂ ਜਦੋਂ ਨਾ ਨਾ ਵੀਰੇ ਕਿੱਥੇ ਡਿਪਰੈਸ਼ਨ ਹੈ ਜਦੋਂ ਆਪਾਂ ਨੂੰ ਹੱਥ ਪਾ ਕੇ ਕੱਢਾਂਗੇ ਜਦੋਂ ਇਹ ਆਪਣੇ ਨੂੰ ਦੇਖਦੇ ਆ ਉਹ ਆਪਾਂ ਨੂੰ ਜਾਣਦੇ ਨਹੀਂ ਉਹਨੇ ਕੌਣ ਜਿਹੜਾ ਚਲਾ ਲੈਂਦਾ ਜਿੰਨਾ ਚਿਰ ਜਦ ਇਹਨਾਂ ਦੇ ਘਰ ਦੇ ਆ ਕੇ ਮਹੀਨੇ ਦੇ ਮਹੀਨੇ ਕੋਈ ਨਾ ਆ ਸਕਦਾ ਉਹਨੂੰ ਕੋਈ ਮਿਲ ਜਾਏਗਾ ਕਿਉਂਕਿ ਇਹਨਾਂ ਨੂੰ ਪੁਰਾਣੀਆਂ ਯਾਦਾਂ ਤਾਂ ਨਹੀਂ ਹੋਇਆ ਸੀ ਉਹ ਬਾਨੇ ਵਿਆਹ ਚ ਚਲੇ ਸੀ ਉੱਥੇ ਗਏ ਸੀ ਉਹਨਾਂ ਚੀਜ਼ਾਂ ਨੇ ਠੀਕ ਕਰਤਾ ਡਿਪਰੈਸ਼ਨ ਦੇ ਵਿੱਚ ਜਿਹਨੂੰ ਮੈਂਟਲੀ ਪ੍ਰੋਬਲਮ ਜ਼ਿਆਦਾਤਰ ਆਪਣੇ ਕੋਲ ਆਉਂਦੇ ਬੰਦੇ ਜਿਹੜੇ ਵੀ ਉਹਨਾਂ ਦੇ ਪੈਂਦੇ ਆ ਬੰਦੇ ਵੀ ਹੋਈ ਆ ਅੱਗੇ ਦੇ ਵੀ ਹੋਈ ਹੁੰਦੇ ਜਿਹਨਾਂ ਦਾ ਦਿਮਾਗ ਨਹੀਂ ਕਰਦਾ ਉਹਨਾਂ ਨੂੰ ਵਿੱਚੋਂ ਕੱਢਣ ਲਈ ਇਸ ਕੰਮ ਦੇ ਉਹ ਕੋਈ ਤਰੀਕਾ ਉਹਦੀ ਪਾਸ ਦਾ ਜਿਹੜਾ ਬੈਕਗ੍ਰਾਉਂਡ ਉਹਦੇ ਬਾਰੇ ਉਹਨੂੰ ਯਾਦ ਦਿਵਾਇਆ ਜਾਂਦਾ ਗੱਲਾਂ ਕਰਨੀਆਂ ਕਿਹੜੇ ਸਕੂਲ ਪੜ੍ਹਦਾ ਸੀ ਕੀ ਕਰਦਾ ਸੀ ਕਿਹੜਾ ਕੰਮ ਕਰਦਾ ਸੀ ਕਿਹੜੇ ਸਾਹਮਣੇ ਤਰ੍ਹਾਂ ਦਾ ਰੋਜ਼ ਜਿਹੜੇ ਆਪਾਂ ਉਹਨਾਂ ਨੂੰ ਕੀ ਗੱਲਾਂ ਪੁੱਛੀਆਂ ਜਾਣ ਤੇ ਬੰਦੇ ਨੂੰ ਪੁਰਾਣੀਆਂ ਗੱਲਾਂ ਯਾਦ ਹੋ ਇੱਕ ਪੰਛੀਆਂ ਦਾ ਵਿੱਚ ਥੋੜਾ ਰੱਖ ਕੋਈ ਹਾਂਜੀ ਥੋੜਾ ਹਾਂਜੀ ਜਗ੍ਹਾ ਦਾ ਬਣਾ ਕੇ ਨਾ ਫਿਰ ਉਸ ਪੰਛਾਂ ਰੱਖ ਲਓ ਜਿਨ੍ਹਾਂ ਦਾ ਇਹ ਇਨ ਟੱਚ ਹੈ ਉਹ ਪੰਛੀ ਨੂੰ ਤਾਂ ਹਰ ਬੰਦਾ ਜਾਣਦਾ ਇਹ ਚੀਜ਼ਾਂ ਨੂੰ ਬਾਕੀ ਬਹੁਤ ਸੋਹਣਾ ਸਾਡਾ ਤਾਂ ਕਿ ਦੇਖਦਾ ਹੁੰਦਾ ਮੈਂ ਕਿਹਾ ਆਪਾਂ ਤਾਂ ਮਗਰੋਂ ਲਾ ਕੇ ਲੈ ਕੇ ਪਾ ਮੈਂ ਕੰਮ ਵਾਹਿਗੁਰੂ ਦੀ ਕਿਰਪਾ ਬੜੀ ਵੱਡੀ ਕਿਰਪਾ ਅੱਜ ਵੀ
ਬਾਪੂ ਸਤਿ ਸ਼੍ਰੀ ਅਕਾਲ। ਵਾਲੀਆ ਸਾਹਿਬ ਹਾਂਜੀ, ਨਾਲੇ ਇੱਟਾਂ ਦਾ ਪੱਕੀ ਦੇ ਮਾਰ ਕਰੋਨਾ ਬਦੀ ਸਾਮੀ ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਗੱਲਾਂ ਗੁੱਲਾਂ ਮਾਰਿਆ ਕਰੋ, ਦਿਲ ਖੋਲਿਆ ਕਰੋ, ਆਪਣਾ ਵੀ ਨਾਲ ਦੇਣਾ। ਸ਼ਾਇਦ ਤੁਹਾਨੂੰ ਇਹ ਲੱਗਦਾ ਹੋਵੇ ਕਿ ਇਹ ਨੁਕਸਾਨ ਪੈ ਤੁਹਾਡੇ ਕਰਕੇ ਅਸੀਂ ਇਹਦੀ ਸੇਵਾ ਕਰਦੇ ਹਾਂ। ਤੁਹਾਡਾ ਜਿਹੜਾ ਦਿੱਤਾ ਅਸੀਂ ਖਾਂਦੇ ਹਾਂ, ਜੋ ਇੱਥੇ ਸਾਨੂੰ ਦਾਣਾ ਪਾਣੀ ਆਉਂਦਾ ਤੁਹਾਡੇ ਕਰਕੇ ਆਉਂਦਾ। ਅਸੀਂ ਤਾਂ ਨਾਲ ਛਕਦੇ ਹਾਂ। ਇਹ ਬਾਪੂ ਜੀ ਇਹ ਗੱਲ ਨੂੰ ਇਹ ਨਾ ਮੰਨਿਓ ਕਿ ਤੁਹਾਡੇ ਕਰਮ ਮਾੜੇ ਆ ਯਾਰ, ਵੀ ਤੁਸੀਂ ਇਸ ਲਾਗ ਤੋਂ ਤੁਹਾਡੇ ਕਰਮ ਬਹੁਤ ਚੰਗੇ ਆ। ਹੁਣ ਦੇਖੋ ਬਾਈ ਮਨਜੋਤ ਨੇ ਮੈਨੂੰ ਦੱਸਿਆ ਉਹਦੇ ਬਾਰੇ, ਮੇਰੇ ਮਨ ਦੇ ਵਿੱਚ ਬੈਠ ਗਈ ਗੱਲ ਹੈ। ਵਾਲੀਆ ਸਾਹਿਬ ਇਹ ਟਾਈਮ ਕਿੰਨੇ ਤੱਕੜੇ, ਮੈਂ ਤੁਹਾਡੇ ਨਾਲ ਦਿਲੋਂ ਅਟੈਚ ਹੋ ਗਏ। ਇੱਦਾਂ ਦੇ ਪਤਾ ਨਹੀਂ ਲੱਖਾਂ ਲੋਕ ਬੈਠੇ ਕੈਨੇਡਾ ਅਮਰੀਕਾ ਜਿਹੜੇ ਤੁਹਾਡੇ ਨਾਲ ਦਿਲੋਂ ਅਟੈਚ ਹੈ। ਉਹ ਤੁਹਾਡੀਆਂ ਰੂਹਾਂ ਨੂੰ ਦੇਖ ਕੇ ਸਾਡੀ ਮਦਦ ਕਰਦੇ ਆ ਸੁਸਾਇਟੀ ਦੀ, ਜਿਹਦੇ ਕਰਕੇ ਅਸੀਂ ਸਾਰਾ ਕੁਝ ਕਰ ਪਾਉਂਦੇ ਹਾਂ। ਮੰਜੇ ਬਿਸਤਰੇ ਕੱਪੜੇ ਲੀੜੇ ਸਾਰੀਆਂ ਚੀਜ਼ਾਂ ਇਹ ਵਾਹਿਗੁਰੂ ਭੇਜਦਾ ਬਖਸ਼ਦੀਆਂ ਸਾਡੇ ਕਰਮ ਵਾਲੇ ਤੇ ਅਸੀਂ ਉਦੋਂ ਵੱਡੇ ਕਰਮ ਵਾਲੇ ਨਹੀਂ। ਬਾਬਾ ਜਟਾਈ ਬਣ ਗਈ ਜਟਾਈ ਬਣ ਗਈ। ਦੇਖੋ ਜੀ ਉਹ ਬਾਪੂ ਜਿਹੜੇ ਬੈਠੇ ਨੇ ਨਾ ਸਰਜੀਤ ਸਿੰਘ ਜੀ, ਸੁਰਿੰਦਰ ਸਿੰਘ ਜੀ, ਹਾਂਜੀ। ਤੇ ਕਿੱਥੇ ਇਹ ਕਿੱਦਾਂ ਨਰਕ ਤੇ ਸਵਰਗ ਦੇ ਵਿੱਚ ਫਰਕ ਦਾ ਪਤਾ ਨਾ ਤਾਂ ਆਪਾਂ ਨਰਕ ਦੇ ਦੇਖਿਆ ਜਾਵੇ, ਅੱਖ ਚਾਹੀਦੀ ਹੈ ਬਸ ਦੇਖਣ ਵਾਲੀ ਹੋਣ ਵਾਲਾ। ਕੁੱਤਿਆਂ ਦੀ ਭਾਜੀ ਅੱਛਾ ਉਹ ਵੀਡੀਓ ਘਰ ਦਾ ਵਜ਼ੀਰ ਆ, ਗ੍ਰਾਂਤੀ ਸਿੰਘ ਵਜ਼ੀਰ ਹੁੰਦਾ ਕਹਿੰਦੇ ਗੁਰੂ ਘਰ ਦਾ, ਜਿਹਦੇ ਕਰਮ ਮਾੜੇ ਹੋਣਗੇ, ਜਿਹੜੇ ਨਗਰ 'ਚ ਪਿਆ। ਅਸੀਂ ਹਮੇਸ਼ਾ ਹੀ ਬੇਨਤੀਆਂ ਕਰਦੇ ਹਾਂ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ 10 ਤੋਂ 15 20 NRI ਵੀ ਬਾਹਰ ਕੈਨੇਡਾ ਅਮਰੀਕਾ ਸੈਟਲ ਆ, ਤੇ ਜੇ ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਵੀ ਝਾਤ ਮਾਰਿਆ ਕਰਨ, ਆਹ ਤਸਵੀਰਾਂ ਸਾਡੇ ਪੰਜਾਬ ਦੀਆਂ ਸਾਨੂੰ ਦੇਖਣੀਆਂ ਤੇ ਨਾ ਹੀ ਸਾਨੂੰ ਦਿਖਾਉਣੀਆਂ ਪੈਣ। ਜਦੋਂ ਅਸੀਂ ਦਿਖਾਉਂਦੇ ਹਾਂ ਸ਼ਰਮ ਸਾਨੂੰ ਵੀ ਬਹੁਤ ਆਉਂਦੀ ਹੈ। ਤੁਹਾਨੂੰ ਪਤਾ ਕਿਵੇਂ ਵਾਹ ਜੀ ਵਾਹ। ਜੀ ਜੱਥਾ ਦੇਖੋ ਕਿੰਨਾ ਵੱਡਾ, ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਆਪ ਨਾਲ ਸੱਚੀ ਸੁੱਚੀ ਰੋਹ, ਤੇ ਉਹਨਾਂ ਦੇ ਨਾਲ ਗ੍ਰਾਂਤੀ ਸਿੰਘ ਹੁੰਦੇ ਟਕਸਾਲ ਦੇ ਤੇ ਅੱਜ ਉਹਨਾਂ ਦੀ ਜਿਹੜੀ ਤਸਵੀਰ ਆ ਤੁਸੀਂ ਦੇਖ ਰਹੇ ਹੋ ਜੀ, ਉਹਨਾਂ ਦੇ ਮੂੰਹ ਦੇ ਉੱਤੇ ਕੁੱਤੇ ਖੜੇ ਆ। ਆਹ ਜਟਾਵਾਂ ਉਹ ਘਰਾਂ ਦੇ ਵਿੱਚ ਸਾਡੇ ਉਹ ਕੇਸਾਂ ਦਾ ਦੇਖੋ ਕੀ ਹਾਲ ਹੋ ਗਿਆ। ਜਿਹੜੇ ਕਿ ਇਦਾਂ ਦੀਆਂ ਤਸਵੀਰਾਂ ਦੇਖ ਕੇ ਬਹੁਤ ਦੁਖੀ ਹੁੰਦਾ ਜੀ। ਇਹ ਵੀ ਬੜੀ ਵੱਡੀ ਸੇਵਾ ਲਾਈ ਦੀ ਉਹਨਾਂ ਪਤਾ ਨਹੀਂ ਦਾਣਾ ਤੁਹਾਡਾ ਇੱਥੇ ਸੀਗਾ ਬਾਈ, ਜਾਣਾ ਨਹੀਂ ਉੱਥੇ ਜ਼ਿਲ੍ਹੇ ਜਾਣਾ ਹੈ ਰਹਿਣੇ ਜਾਣਾ ਫਿਰ ਮਨਜੋਤ ਨਾਲ ਗੱਲ ਹੋਈ, ਵਾਹਿਗੁਰੂ ਨੇ ਤੁਹਾਡਾ ਇੱਥੇ ਜਾਣਾ ਸੇਵਾ ਲਾਈ ਸੀ ਮੇਰੀ। ਉੱਥੇ ਹੋ ਗਈ ਸੀ, ਇੱਕ ਰੋਟੀ ਲੈ ਕੇ ਆਉਂਦੀ ਸੀ ਜਦੋਂ ਬੈਠਿਆਂ ਨੂੰ ਉਹ ਭੈਣ ਨੇ ਵੀਡੀਓ ਬਣਾਈਆਂ ਸੀ ਤੁਹਾਡੀਆਂ, ਹੁਣ ਗੱਲ ਉਹ ਕਿ ਚੱਲ ਵੀ ਗਏ ਸੀ ਥੋੜੇ ਵੇ ਮੈਂ ਗੁਰਦੁਆਰਾ ਸਾਹਿਬ ਤੋਂ ਲਿਆਂਦਾ ਮੈਂ ਟੋਲ ਕਰਦਾ ਹਾਂਜੀ ਹਾਂਜੀ ਦੂਜੀ ਵਾਰ ਲਿਆ ਮੇਰੇ ਚਲ ਗਏ ਹਾਂਜੀ ਉਹਨਾਂ ਨੇ ਕਬਜ਼ਾ ਕਰ ਲਿਆ। ਕੋਈ ਨਾ ਇਹ ਤਾਂ ਬਹੁਤ ਗੈਸ ਚੁੱਲ੍ਹਿਆਂ ਦੇ ਬਹੁਤ ਮਾਰ ਆ, ਗੈਸ ਚੁੱਲ੍ਹੇ ਪੱਟੀਆਂ ਬਣਾਉਂਦੇ ਬਾਹਰ ਨਿਕਲੋ। ਬਾਹਰ ਇਹਨਾਂ ਨੂੰ ਕਿਹਾ ਕਰਕੇ ਤੇ ਕਰਦੇ ਹੋ ਜਾ ਕੇ ਆਪਣਾ ਸਾਰਾ ਮਕੈਨਿਕ ਉਹ ਮਕੈਨਿਕ ਜਿਹੜੀ ਵਾਹਿਗੁਰੂ ਨੇ ਇਸ ਘਰ ਚ ਵਾਲੋ ਉਹ ਤੁਸੀਂ ਇਹ ਸੋਚੋ ਕਿ ਇਹ ਤੁਹਾਡਾ ਘਰ ਆ, ਤੁਸੀਂ ਇੱਥੇ ਨਾਲ ਸੇਵਾ ਗਿਆ ਗੁੱਸਾ ਖਰਾਬ ਹੁੰਦਾ ਵਾ, ਅਸੀਂ ਕਰੋ। ਮੇਰੇ ਹੁਣ ਕੱਪੜੇ ਵੀ ਧਵਾਈਦੇ ਆ, ਲੰਗਰ ਵੀ ਬਹੁਤ ਜ਼ਰੂਰੀ ਆ। ਲੰਗਰ ਦੀ ਵੀ ਸੇਵਾ ਕਰੀਦੀ ਆ। ਮਹਾਰਾਜ ਦਾ ਚੌਲ ਵੀ ਚੌਲ ਸਾਹਿਬ ਵੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਦੀ ਚੌਲ ਬਹੁਤ ਕਰਦੇ ਆ। ਦੁਨੀਆ ਤੁਹਾਡੇ ਲਈ ਜੰਗਲ ਆ। ਕੱਪੜੇ ਵੀ ਧੋਂਦੇ ਆ, ਸਾਰਾ ਕੁਝ ਕਰਦੇ ਆ। ਇਹਨਾਂ ਨੇ ਬਹੁਤ ਇਹ ਕਹਿੰਦੇ ਵੀ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਨਾ ਤੂੰ ਮੈਨੂੰ ਦੱਸ ਦੇਣਾ। ਹੋਰ ਦੱਸੋ ਜੀ। ਤੇਰੇ ਕੋਈ ਕਰਮ ਹੈ ਤੁਹਾਡੇ ਚੰਗੇ ਕੰਮ ਕੀਤੇ ਨੇ ਤਾਂ ਤੁਹਾਨੂੰ ਵਾਹਿਗੁਰੂ ਨੇ ਇਸ ਘਰ ਕੇ ਇਹ ਕਹਿੰਦਾ ਇਹਨਾਂ ਦੇ ਜੀ ਜਾਂਦਾ ਪੈਰ ਤੋਂ ਗੱਡੀ ਅਭੀ ਤੁਹਾਡੇ ਬੱਚੇ ਆ ਪਿਆ ਆ ਭਾਜੀ ਉਹ ਪਹਿਲੇ ਹਾਲਾਤ ਅਰੇ ਕਿ ਮੂੰਹ 'ਚ ਗੁਰਕੀ ਪਾ ਲੈਂਦੇ ਸੀਗੇ ਬਾਲ ਤੇ ਮੂੰਹ 'ਚ ਗੁਰਕੀ ਐਂ ਪਈ ਰਹਿੰਦੀ ਸੀ ਅੰਦਰ ਆ ਤਾਂ ਮੂੰਹ 'ਚ ਬੁਰਕੀਆਂ ਤੋਂ 5-5 ਨਾ ਮੂੰਹ 'ਚ ਬੁਰਕੀਆਂ ਪਾਈ ਰੱਖੀਆਂ। ਅੱਛਾ ਇਸ ਰੋਡ ਦੇ ਉੱਪਰ ਸੁਲਤਾਨਪੁਰ ਲੋਧੀ ਗੁਰੂ ਘਰ ਦੇ ਬਾਹਰ ਕੋਈ ਗੱਲ ਉਹ ਨਹੀਂ ਕਿੰਨੀ ਫੁੱਟੀ ਗੱਲ ਆ ਤੇ ਉੱਥੇ ਗੁਰੂ ਦਾ ਸਿੱਖ ਨਾਲ ਸੀਗਾ ਗੁਰੂ ਦਾ ਸਿੱਖ ਗੁਰੂ ਦਾ ਸਿੱਖ ਜਿਹੜੇ ਮਤਲਬ ਕੀੜੇ ਨਾਲ ਖਾ ਰਹੇ ਨੇ ਇਹ ਵੀ ਗ੍ਰਸਤੀ ਸੀ ਇਹਦੇ ਗ੍ਰਸਤੀ ਸੀ ਤੇ ਆ ਨਿਸ਼ਾਨ ਸਿੰਘ ਜੀ ਉਹਦੇ ਕੋਲ ਸਿਰ ਤੇ ਕੀੜੇ ਪਏ ਸੀ ਉੱਤੇ
ਕੰਮਾਂ ਚੋਂ ਲੈ ਕੇ ਆਉਂਦਾ ਨਹੀਂ ਕਿ ਲੋਕੇ ਦਾ ਗੁਰੂ ਘਰਾਂ ਦੇ ਬਾਹਰ ਪਏ ਬੰਦੇ ਗਲੀ ਸੜੀ ਜਾਂਦੇ ਗਲੀ ਸੜੀ ਜਾਂਦੀ ਨਿਹੰਗ ਸਿੰਘ ਜਿਹੜਾ ਅਸੀਂ ਤੋਂ ਮਸਾ ਤੋਂ ਚੱਕਿਆ ਸੀ ਉਹ ਨਿਹੰਗ ਸਿੰਘ ਰੇਲਵੇ ਲਾਈਨ ਤੇ ਪਿਆ ਉਹ ਸਾਡੇ ਕੋਲ ਸੇਵਾ ਕਰਾਉਂਦਾ ਉਹ ਪਾਠ ਕਰਦਾ ਜਕਾਰੇ ਲਾਉਂਦਾ ਵਧੀਆ ਕਿਹੜਾ ਪੂਰਾ ਪੈ ਗਿਆ ਉਹਦਾ ਪਤਾ ਨਹੀਂ ਸਾਡੇ ਕੰਮ ਮਾੜੇ ਆ ਵੀ ਸਾਨੂੰ ਆਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਆਹ ਭਾਜੀ ਬਾਪੂ ਜੀ ਦੇ ਮੂੰਹ ਚ ਹੋਣੇ ਜਿਹੜੀ ਉੱਪਰ ਫੋਟੋ ਲੱਗੀ ਅੱਛਾ ਹਾਂ ਜੀ ਉੱਪਰੋਂ ਬਾਹਰ ਲੱਗੀ ਹਾਂ ਜੀ ਉੱਪਰ ਮੂੰਹ ਚ ਕੀੜੇ ਸੀ ਸਤਿ ਸ੍ਰੀ ਅਕਾਲ ਕੀ ਨਾਮ ਬਾਪੂ ਦਾ ਨਾਮ ਕੀ ਹੈ ਚਰਨ ਸਿੰਘ ਜੀ ਵਾਹਿਗੁਰੂ ਦਾ ਜਾਪ ਕਰਿਆ ਕਰੋ ਮੂਲ ਮੰਤਰ ਕਰਿਆ ਕਰੋ ਬੈਠੇ ਬੈਠੇ ਇੱਥੇ ਹੈਨਾ ਹਾਂਜੀ 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 ਕੀ ਹਾਲ ਨੇ ਬਾਈ ਜੀ ਹੈ ਠੀਕ ਹੋ ਜਾਣਾ ਤੂੰ ਇਹ ਆਇਆ 4 ਦਿਨ ਵਿੱਚ ਦੁਬਾਰਾ ਆਇਆ ਮੇਰੇ ਵੀਰੇ ਜੇ ਤੇਰੀ ਧੌਣ ਲਾਉਣੀ ਹੁੰਦੀ ਮਹਾਰਾਜ ਨੂੰ ਇੱਥੇ ਭੇਜਿਆ ਪਰ ਜੇ ਤੈਨੂੰ ਇੱਥੇ ਭੇਜਿਆ ਨਾ ਉਹਨੇ ਨਿੱਕੇ ਹੁੰਦੇ ਤੋਂ ਉਹ ਸੋਚ ਕੇ ਦੇਖੋ ਦੋ ਭਰਾ ਭਾਜੀ ਬਾਹਰ ਹੈ 2.5 ਸਾਲ ਤੋਂ ਲੈ ਕੇ ਕੋਈ ਗੱਲ ਨਹੀਂ ਇਹ ਗੱਲਾਂ ਥੋੜ੍ਹੇ ਦਿਨਾਂ ਚ ਫਿੱਟ ਹੋ ਜਾਣਾ ਉਹ ਲੱਗਾ ਤੇਰਾ ਵਿਆਹ ਵੀ ਹੋਊਗਾ ਠੀਕ ਹੈ ਕੋਈ ਕਹਿਣਾ ਤੋਂ ਲਿਆ ਕੇ ਕਿੱਥੇ ਰਹਿਣਾ ਲੱਗੀ ਇਹ ਭਾਜੀ ਠੀਕ ਹੋ ਕੇ ਚੱਲ ਚੁੱਕਾ ਹੈ ਭੂਲਪੁਰ ਬੜੇ ਵੱਡਾ ਅਰੇ ਰੋਦਾ ਸੀ ਭਾਜੀ ਮੈਂ ਡੇਰਾ ਕੋਈ ਬਣ ਫਿਰ ਮੁੜ ਕੇ ਲਿਆਂਦਾ ਜਦੋਂ ਇੱਕ ਵਾਰੀ ਭੇਜ ਦਈਏ ਭਾਜੀ ਹਾਲਾਤ ਫਿਰ ਉਹੀ ਹੋ ਜਾਂਦੇ ਇਹ ਮੰਨਦੇ ਫਿਰ ਹੁਣ ਜਦੋਂ ਠੀਕ ਹੋ ਜਾਂਦੇ ਫਿਰ ਜਾਣਾ ਪਰ ਜਦੋਂ ਭੇਜਦਾ ਨੇ ਹਾਲਾਤ ਫਿਰ ਉਹੀ ਦੂਜੀ ਵਾਰ ਦਵਾਈ ਵਾਲਾ ਸਿਸਟਮ ਦਵਾਈ ਵਾਲਾ ਉਹ ਕਰੋ ਭੇਜੋ ਨਾ ਮੈਂ ਨਹੀਂ ਭੇਜਿਆ ਸਾਡੇ ਕੋਲੇ ਬੰਦਾ ਜਿਹੜਾ ਆ ਗਿਆ ਉਹਨੂੰ ਨਗਰ ਨਹੀਂ ਭੇਜਦੇ ਜਿਹੜੇ ਉਹਨੂੰ ਸੀਗਾ ਪਰ ਘਰ ਦੇ ਵਿੱਚ ਹੀ ਰੱਖਿਆ 2 ਸਾਲ ਰੱਖਿਆ ਮੇਰਾ ਘਰ ਫਿਰ ਬਾਪੂ ਪੂਰਾ ਹੋ ਗਿਆ ਫਿਰ ਉਹੀ ਹਾਲਾਤ ਬਾਪੂ ਮੇਰਾ ਸਾਂਭਦਾ ਸੀਗਾ ਭਰਾ ਬਾਹਰ ਆ ਸੀ ਉਹ ਦੇਖੋ ਕੈਨੇਡਾ ਅਮਰੀਕਾ ਬੈਠੇ ਨੇ ਅੱਜ ਕੱਲ੍ਹ ਬਾਹਰ ਸੱਦਣਾ ਕੀ ਔਖਾ ਇਹ ਸੋਦਾ ਕੁਝ ਵੀ ਨਹੀਂ ਜੇ ਇਹਨੂੰ ਸੱਦਣਾ ਹੁੰਦਾ ਸੱਦ ਹੀ ਰੱਖ ਸਕਦੇ ਸਕਦੇ ਭਾਜੀ ਕੋਈ ਗੱਡੀ ਅੱਜ ਕੱਲ੍ਹ ਲੋਕ ਤਾਂ ਨੌਕਰਾਂ ਨੂੰ ਸੱਦ ਲੈਂਦੇ ਆ ਨੌਕਰਾਂ ਸਕਦੇ ਇਹ ਭਰਾ ਆ ਫੇਰ ਭਾਜੀ ਖੂਨ ਕੋਈ ਨਾ ਮੈਂ ਤੁਹਾਨੂੰ ਉੱਥੇ ਭੇਜਿਆ ਤਾਂ ਮਤਲਬ ਇੱਥੇ ਕੰਮ ਸੀਗਾ ਕੋਈ ਅੱਛਾ ਨਹੀਂ ਉਹ ਭਾਈ ਭਾਈ ਹਾਂਜੀ ਭਾਈ ਓਕੇ ਉਹ ਪਾਪਾ ਹੀ ਕਹਿੰਦਾ ਭਾਜੀ ਪਾਪਾ ਹੀ ਕਹਿੰਦਾ ਆ ਬਹੁਤ ਸੋਹਣਾ ਗੀਤ ਹੈ ਇਹ ਗਾਉਣਾ ਹਾਂਜੀ ਹਾਂਜੀ ਨੀਲੀ ਬਹੁਤ ਵਧੀਆ ਉਹਦੇ ਬਾਅਦ ਇੱਕ ਰਾਉਂਡਰ ਜਿਹੇ ਆ ਕੇ ਇੱਥੇ ਬਣਾ ਦੋ ਹਾਂਜੀ ਹਾਂਜੀ ਲਗਾ ਬਾਪੂ ਜੀ ਸਤਿ ਸ੍ਰੀ ਅਕਾਲ ਲਗਾ ਬਾਪੇ ਸੁਣ ਲਾ ਲੋ ਇਹ ਵੱਡੀ ਸੇਵਾ ਜੀ ਪ੍ਰਸ਼ਾਦੀ ਦੀ ਜਿਹੜੀ ਆਹ ਹੁਣ ਇੱਥੇ ਇੱਥੇ ਹਾਂਜੀ ਇਹ ਪਾ ਰਹੇ ਆ ਆਪਣੀ ਹਾਂਜੀ ਲੰਗਰ ਬਣ ਰਿਹਾ ਸਾਰਾ ਹੀ ਭਾਜੀ ਕਰ ਦੇਣਾ ਕਮਰੇ ਦਾ ਹਾਂਜੀ ਲੰਗਰ ਹਾਲ ਵਿੱਚ ਇੱਕ ਕਮਰਾ ਬਣਨਾ ਜਿੱਦਾਂ 12 ਬਾਥਰੂਮ ਦੇ ਵਿੱਚ ਇੱਧਰ ਫਿਰ ਫਲੋਰ ਬਣਨਾ ਇੱਧਰ ਬਣਨਾ ਮਨ ਹਾਂਜੀ ਹਾਂਜੀ ਪਾਉਣਾ ਇਹਨਾਂ ਕਿਚਨ ਦਾ ਸਟੋਰ ਬਣਾਉਣਾ ਨਾ ਬੇਸਮੈਂਟ ਪੜ ਲਈ ਅੱਛਾ 20 ਮਿੰਟ ਬਾਅਦ ਠੀਕ ਹੈ ਇਹਦਾ ਸਾਰਾ ਬੇਸਮੈਂਟ ਪੜ ਅੱਛਾ ਜਿੰਨੀ ਅਸੀਂ ਉਹ ਬਿਲਡਿੰਗ ਪਾ ਰਹੇ ਲੈਂਟਰ ਤੇ ਸਾਰੀ ਦੇ ਥੱਲੇ ਬੇਸਮੈਂਟ ਬਣਾ ਦੇ ਆ ਕੰਮ ਕਰਦੇ ਇਹ ਲੱਗਦਾ ਕਿ ਠੀਕ ਹੋਣ ਇੱਥੇ ਸਾਡੇ ਕੇਸਰ ਬਾਬੇ ਦੇ ਵੀ ਸੀਗੇ ਇਸੇ ਜਗ੍ਹਾ ਤੇ ਇਸੇ ਦਾ ਹੁਣ ਠੀਕ ਆ ਬਿਲਕੁਲ
ਮੰਗਿਆ ਤਾਂ ਚੱਕੇ ਸੀ ਕਿ ਬਹੁਤ ਬਾਪੂ ਹੁਣ ਤੇਰੇ ਕਰਮਾਂ 'ਚ ਸੇਵਾ ਲਿਖੀ ਹੈ ਬਾਬੇ ਨੇ, ਇੱਥੇ ਸੇਵਾ ਕਰਾਇਆ ਕਰੋ ਨਾਲ, ਪ੍ਰਸ਼ਾਦੇ ਦੀ, ਕੱਪੜੇ ਬਿਸਤਰੇ ਮੰਜੇ ਹਨ ਜੋ ਵੀ ਕਰ ਸਕਦੇ ਹੋ ਜ਼ਰੂਰ ਕਰਾਇਆ ਕਰੋ। ਜਿੰਨੀ ਵੀ ਮਹਾਰਾਜ ਨੇ ਤੁਹਾਨੂੰ ਸਿਹਤ ਬਖਸ਼ੀ ਹੈ ਨਾ, ਇਹਨੂੰ ਵਰਤੋ। ਇਹ ਗੁਰੂ ਦਾ ਘਰ ਆ ਜਿੱਥੇ ਤੁਹਾਨੂੰ ਵਾਹਿਗੁਰੂ ਨੇ ਸੇਵਾ ਲਾਈ ਹੈ। ਠੀਕ ਹੈ ਜੀ। ਇੱਥੇ ਕਰੀ ਇਹਦੀ ਲੱਤ ਇੱਥੇ ਕਰੀ ਉਹਦੇ ਰਾਤ ਦੇ ਰਾਤ ਭਾਜੀ ਬਾਹਰ ਹੀ ਪਾਈ ਉਸ ਠੀਕ ਆ। ਕੀ ਨਾਮ ਤੇਰਾ ਬਾਈ? ਜੋਗਾ ਬੰਗਾਲ ਤੋਂ ਆਇਆ, ਬੰਗਾਲੀ ਜੀ ਤੋਂ ਬੰਗਾਲੀ ਬਾਬਾ ਖਿੱਚ ਆਏ ਬੰਗਾਲੀ ਬਾਬਾ। ਇੱਥੇ ਸਾਰੇ ਸੇਵਾ ਸੰਭਾਲ ਹੁਣ ਇਹ ਉੱਪਰ ਡਿਊਟੀ ਇਹਦੀ ਹੈ। ਇਹ ਬੰਦੇ ਬੰਗਾਲ ਦੇ ਬੰਦੇ ਵੈਸੇ ਬਹੁਤ ਉਹ ਮੰਨਦਾ। ਆਹ ਸੀ ਭਾਜੀ ਇਹਦੇ ਕੋਲ ਇੱਦਾਂ ਰਾੜ ਆ ਤੇ ਬਾਹਰ ਹੀ ਰਾੜ भगवान ने कृपा किया, दुर्गा मैया ने भेजा इधर। ठीक है। ਇਹ ਭਾਜੀ ਖੂਹ ਚ ਮੁਰਗਾ ਚਲਾਉਂਦਾ ਜਿਹੜਾ ਮੇਲਿਆਂ ਦੇ ਨਹੀਂ ਖੂਹ ਹੁੰਦੇ ਉਹ ਚ ਮੁਰਗਾ ਚਲਾਉਂਦਾ मौत के खुश। ਮੌਤ ਦੇ ਖੂਹ ਹਾਂ ਉਹ ਚ ਫੜ ਉਹਦੇ ਕਰਕੇ ਤੁਸੀਂ ਹੈ ਨਹੀਂ ਜੀ ਕੋਈ ਵੀ भाई की हाल है? ਬੰਨਿਆ ਇਹ ਸੰਗਲਾਂ ਨਾਲ ਬੰਨਿਆ ਸੀ ਭਾਈ ਬੱਚਾ ਜਦੋਂ ਬੰਨਣ ਨਾਲ ਦਿਮਾਗ ਸੂਗਰ ਜਾਂਦਾ। ਜਾਂਦਾ ਜਿਵੇਂ ਆਪਾਂ ਇੰਨੇ ਏਰੀਏ 'ਚ ਜਿਹੜਾ ਦੇਖਣਾ ਹੀ ਨਹੀਂ ਕੁਛ, ਫਿਰ ਬ੍ਰੇਨ ਜਿਵੇਂ ਆਪਣਾ ਮੋਬਾਈਲ ਪਿਆ ਡੈਡ ਹੋ ਜਾਂਦਾ, ਹੌਲੀ ਹੌਲੀ ਉਹਨੂੰ ਚਾਰਜ ਕਰੋਗੇ, ਚਾਰਜ ਵੀ ਨਹੀਂ ਹੁੰਦਾ। ਕੋਈ ਬ੍ਰੇਨ ਦਾ ਕੰਮ ਆਪਣੇ ਦਾ, ਜਦੋਂ ਆਪਾਂ ਬ੍ਰੇਨ ਨੂੰ ਕੋਈ ਦਿਖਣਾ ਹੀ ਨਹੀਂ, ਹੋਰ ਬ੍ਰੇਨ ਦਾ ਸਾਈਜ਼ ਛੋਟਾ ਹੋ ਜਾਂਦਾ, ਉਹਦਾ ਕੋਈ ਹੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ। ਕਹਿਣ ਬਹੁਤ ਵਧੀਆ ਖੁੱਲ੍ਹਾ ਡੁੱਲਾ ਹਵਾ। ਹਾਂਜੀ ਹਾਂਜੀ ਪੂਰਾ ਹਵਾ ਆ ਰਹੀ ਹੈ ਬਾਬਾ ਉੱਤੇ ਬੈਠ ਵੇਖੀ ਬਾਬਾ। ਇੱਥੇ ਭਾਜੀ ਆ ਡਿਊਟੀ ਆ ਭਾਜੀ ਇਹ ਕਹਿੰਦਾ ਮੈਂ ਮੰਗਣੇ ਕੀ ਜਾ ਇਹਨੂੰ ਬਹੁਤ ਤੇਰੀ ਭੈਣ ਲੈ ਕੇ ਆਈ ਸਾਡੇ ਕੋਲ। ਉਹਦੀ ਭੈਣ ਕਿੱਥੇ ਹੁਣ? ਇਹਦੇ ਉਹ ਲੱਤ ਪੈਰ 'ਚ ਕੀੜੇ ਪਏ ਸੀ। ਹਾਂ, ਕੀੜੇ ਦੋਨਾਂ 'ਚ ਕੀੜੇ ਸੀ। ਜਦੋਂ ਦੀ ਇਹਦੀ ਆਹ ਲੱਤ ਸਹੀ ਸੀ ਉਦੋਂ। ਇਹ ਭਾਜੀ ਮੈਨੂੰ ਮੁੰਡੇ ਛੱਡ ਕੇ ਗਏ ਉੱਥੇ ਦੇ ਆਲਾ ਬੋਲਦੇ ਅੱਛਾ। ਇਹ ਤਾਂ ਤੁਹਾਡੇ ਕੋਲ ਵੀ ਨੇ ਸਾਹਮਣੇ ਉਹਦਾ ਤਾਂ ਕਿਤੇ ਇਹਨਾਂ ਨੂੰ ਤਾਂ ਬੜਾ ਮੈਂ ਸੋਚ ਰਹੀ, ਮੈਂ ਕਿਹਾ ਕਿੱਦਾਂ ਤਾਂ ਮਿਲ ਹੀ ਜਾਂਦਾ। ਇਹ ਆਲਮਪੁਰਾ ਛੱਡ ਕੇ ਗਏ ਇਹ ਟ੍ਰੇਨ ਦੇ ਸਿੱਖੇ ਦੇ ਬੰਦੋੜੇ ਕਿੱਥੇ ਨੇ ਛੱਡ ਕੇ ਗਏ ਮੁੰਡਿਆ ਉਹ ਜਾਗੇ ਤੋਂ ਮੈਂ ਜਲੰਧਰ ਸਿਵਲ ਹਸਪਤਾਲ ਤੋਂ ਸੌਰੀ ਜਲੰਧਰ ਰੇਲਵੇ ਸਟੇਸ਼ਨ ਤੋਂ ਸਾਨੂੰ ਕਿਹਾ ਦੱਸਿਆ ਬੰਦਾ ਪਿਆ ਉਹਦੇ ਕੀੜੇ ਪਏ ਆ, ਤੇ ਉਹ ਮੁੰਡੇ ਫੜਨ ਲੱਗੇ ਸਾਡੇ ਜਲੰਧਰ ਦੇ ਟੀਮ ਦੇ ਮੈਂਬਰ ਦਮਨ ਹੋਣੀ। ਇਹ ਭੱਜ ਗਿਆ, ਟ੍ਰੇਨ ਚੜ੍ਹ ਗਿਆ, ਇਹ ਚੜ੍ਹ ਕੇ ਲੁਧਿਆਣੇ ਆਈ ਟ੍ਰੇਨ। ਉਹ ਕਹਿੰਦੇ ਬਾਈ ਲੁਧਿਆਣੇ ਚੜ੍ਹ ਕੇ ਲੁਧਿਆਣੇ ਸਟੇਸ਼ਨ ਤੇ ਜਾ ਪਹੁੰਚੇ। ਜਦੋਂ ਇਹ ਉੱਤਰ ਆ ਰਹੀ ਤੇ ਮੂਹਰੇ ਖੜੇ ਨੇ, ਇਹਨਾਂ ਨੇ ਬੜੀ ਮੁਸ਼ਕਿਲ ਨਾਲ ਚੱਕਿਆ ਤੇ ਫਿਰ ਤੋਂ ਲੈ ਕੇ ਠੀਕ ਹੋਏ। ਕਹਿੰਦਾ ਮੈਂ ਠੀਕ ਨਹੀਂ ਹੋਣਾ, ਮੈਂ ਕਹਿੰਦਾ ਅਸੀਂ ਘੁੰਮਣਾ ਤੇ ਮੇਰੀ ਜ਼ਿੰਦਗੀ ਵੀ ਇਹ ਆ। ਇਹਨੂੰ ਮੈਂ ਕਿਹਾ ਯਾਰ ਤੂੰ ਰਹਿਣ ਦੇ, ਮੰਗ ਨਾ ਤੇਰਾ ਕੀੜੇ। ਕਹਿੰਦਾ ਮੈਂ ਆਪ ਹੋਣਾ ਜਾਗੋ ਆਪ ਕਰਦਾ। ਜਦੋਂ ਮੈਂ ਠੀਕ ਆ ਬਿਲਕੁਲ ਆਉਣ ਭਾਜੀ ਤੇ ਜਾਣ ਨੂੰ ਕਹਿੰਦਾ ਪਰ ਮੈਂ ਨਹੀਂ ਇਹਨੇ ਉਹੀ ਕੰਮ ਕਰਦਾ। ਉਹੀ ਕੰਮ ਕਰ ਕਹਿੰਦਾ ਹੁਣ ਰਹਿ ਇੱਥੇ ਯਾਰ, ਕੀ ਚੱਕਰ ਆ, ਕਿੱਥੇ ਜਾਣਾ ਮੈਂ ਤੇ ਐਗਰੀ ਆ ਰਹੀ ਹੈ ਮੇਰੀ ਭੈਣ ਨੇ ਚੱਲ ਕੇ ਗਾਣਾ ਪਾ ਕੇ ਥੋੜੇ ਟਾਈਮ ਬਾਅਦ ਹੀ ਭੱਜਿਆ ਨਹੀਂ ਭੈਣ ਕੋਲ। ਮੇਰੀ ਭੈਣ ਨੇ ਮੈਨੂੰ ਫੋਨ ਵੀ ਕੀਤਾ ਸੀਗਾ ਕਿ ਵੀਰੇ ਜਦੋਂ ਦੁਬਾਰਾ ਲੱਭਿਆ ਇੱਥੇ ਆ ਜਾਏ ਇਹਨੂੰ ਇੱਥੇ ਨਹੀਂ ਹੈ ਅਸੀਂ ਗਿਆ ਤਾਂ ਪੈਕ ਲਾਉਣਾ ਹੋਰ ਕੀ ਆ, ਪੈਕ ਪਿੱਛੇ ਬਸ ਇਹਨੇ ਪੈਕ ਪਿੱਛੇ ਕੀੜੇ ਮਾਰੇ ਨੇ ਆਪਾਂ ਮੈਂ ਕਹਾਂ उससे मुझे लगता है जितने लोग जानवर मारते हैं मेरे को बैंड और सर पे तो ये ਇਹ ਦੱਸਿਆ ਨਹੀਂ ਇਹਨੇ ਭਾਜੀ ਗੱਲ ਹੀ ਨਹੀਂ ਕੀਤੀ
ਇਹਦਾ ਬਹੁਤ ਵਧੀਆ ਅਮਰਜੀਤ ਆਉਂਦਾ ਹੀ ਨਾ ਅਮਰਜੀਤ ਅਮਰਜੀਤ ਸਿੰਘ ਅਮਰਜੀਤ ਹੈ ਇਹ ਬੰਦਾ ਜੀ ਅਮਰਜੀਤ ਸਿੰਘ ਕਾਲਾ ਸਾਨੂੰ ਜਲੰਧਰ ਤੋਂ ਮਿਲਿਆ ਸੀਗਾ 2017 ਦੇ ਵਿੱਚ ਤੇ ਲੁਧਿਆਣੇ ਸਟੇਸ਼ਨ ਤੇ ਆ ਗਿਆ ਜੀ ਪੈਰ 'ਚ ਕੀੜੇ ਪੈ ਗਏ ਫਿਰ ਉਸ ਤੋਂ ਬਾਅਦ ਇਹ ਸਾਲ ਸਾਡੇ ਕੋਲ ਰਿਹਾ ਠੀਕ ਹੋ ਗਿਆ ਫਿਰ ਇਹਦੀ ਭੈਣ ਆਈ ਭੈਣ ਦੇ ਨਾਲੇ ਚਲਿਆ ਗਿਆ ਉਦੋਂ ਕਹਿੰਦਾ ਮੈਂ ਬਹੁਤ ਸਮਝਾਉਂਦਾ ਸੀ ਵੀ ਕਾਹਦੇ ਨਾ ਜਾ ਭੈਣ ਵੀ ਇਹਦੀ ਕਹਿੰਦੀ ਵੀਰੇ ਨੇ ਟਿਕਣਾ ਨਹੀਂ ਘਰੇ ਇਹਨੇ ਟ੍ਰੇਨਾਂ 'ਚ ਹੀ ਘੁੰਮਣਾ ਵੀ ਟ੍ਰੇਨਾਂ 'ਚ ਭੀਖ ਮੰਗਦਾ ਨਸ਼ਾ ਕਰਦਾ ਤੇ ਉਹੀ ਗੱਲ ਜੀ ਉਸ ਤੋਂ ਬਾਅਦ ਇਹ ਫੇਰ ਥੋੜ੍ਹਾ ਟਾਈਮ ਬਾਅਦ ਘਰੋਂ ਭੱਜ ਗਿਆ ਤੇ ਅੱਜ ਸਾਨੂੰ ਗੋਰਾਸਰਾ 'ਚ ਮਿਲਿਆ ਕਾਲਾ ਦੁਆਲਾ ਮੇਰੇ ਕਿ ਇੱਦਾਂ ਦੇ ਵੀ ਬੰਦੇ ਦੇਖੋ ਕਿਸਮਤ ਆਪਾਂ ਕਹਿ ਦਿੰਦੇ ਹਾਂ ਵੀ ਕੀੜੇ ਆਪੇ ਪਾਉਣੇ ਜਾਣ ਕੇ ਇਹਦੀ ਇੱਕ ਆਪ ਨੇ ਦੱਸੀ ਸੀ ਗੱਲ ਮੇਰੇ ਜਦੋਂ ਜ਼ਖਮ ਠੀਕ ਹੋਣ ਲੱਗਦਾ ਮੈਂ ਜ਼ਖਮ ਨੂੰ ਖੇਡ ਲੈਂਦਾ ਤੇ ਫਿਰ ਮੱਖੀਆਂ ਬਹਿੰਦੀਆਂ ਫਿਰ ਕੀੜੇ ਪੈਂਦੇ ਆ ਤੇ ਮੈਨੂੰ ਆਪ ਨੂੰ ਵਧੀਆ ਲੱਗਦਾ ਜਦੋਂ ਕੀੜੇ ਪੈ ਫਿਰ ਥੋੜ੍ਹਾ ਥੋੜ੍ਹਾ ਮੈਂ ਕੱਢੀ ਜਾਂਦਾ ਤਾਂ ਉਹਨੇ ਰੱਖਦਾ ਮੈਂ ਜਿੰਨੀ ਕੁ ਲੋੜ ਇਹਨਾਂ ਪੈਸੇ ਮਿਲ ਕੇ ਦੇਖੋ ਦਿਮਾਗ ਦੀ ਕਿੱਦਾਂ ਦੀ ਸੋਚ ਹੈ ਨਾ ਲੁਧਿਆਣੇ ਪੈਰ ਤੇ ਲਿਫਾਫਾ ਚਾੜਿਆ ਸੀ ਹਾਂਜੀ ਇਹਨੂੰ ਸਟੇਸ਼ਨ ਤੋਂ ਅਸੀਂ ਲੁਧਿਆਣੇ ਤੋਂ ਚੱਕਿਆ ਕੰਬਲ ਦੇ ਵਿੱਚ ਪਾ ਕੇ ਆਉਂਦਾ ਨਹੀਂ ਸਾਡੇ ਨਾਲ ਇਹਨਾਂ ਮੈਂ ਨਹੀਂ ਜਾਣਾ ਇੱਕ ਲੱਤ ਕੱਟੀ ਹੋਈ ਸ਼ੁਰੂ ਹੋ ਗਈ ਇਹਦੇ ਤੇ ਕੀੜੇ ਸੀ ਕੀੜੇ ਬਹੁਤ ਸੀਰੀਅਸ ਹੁਣ ਮਿਲਿਆ ਭਾਜੀ ਇਹ ਸੀਗਾ ਮਰੀਜ਼ ਪਰਸੋਂ ਚੌਥੀ ਹਸਪੀਟਲ ਤੋਂ ਲੈ ਕੇ ਕੀ ਹਾਲ ਹੈ ਠੀਕ ਆਉਂਦਾ ਬਿਲਕੁਲ ਦਿਮਾਗੀ ਤੌਰ ਤੇ ਭਾਜੀ ਅੱਜ ਉਂਗਲਾਂ ਆਈਆਂ ਇਹ ਭਾਜੀ ਕੀੜੇ ਪਏ ਦੋਨਾਂ ਦੇ ਭਾਈ ਦੋਨਾਂ ਹੱਥਾਂ 'ਚ ਦੋਨੇ ਆ ਪੈਰ ਅਲੱਗ ਹੋ ਗਿਆ ਜਦੋਂ ਕੀੜਿਆਂ ਨਾਲ ਅੰਦਰ ਪਿਆ ਸੀ ਇੱਕ ਕਮਰੇ 'ਚ ਭਾਜੀ ਪੂਰਾ ਪਿੰਡ ਮੈਂ ਤਾਂ ਹੈਰਾਨ ਰਹਿ ਗਿਆ ਪਿੰਡ 'ਚ ਬੰਦੇ ਨੇ ਵੀ ਭਾਜੀ ਕੀੜੇ ਨਹੀਂ ਆ ਦੋਨੇ ਹੀ ਪੈਰਾਂ 'ਚ ਜਦੋਂ ਪਹਿਲਾਂ ਤੇ ਨੌਕਸ ਹੋਇਆ ਦੀ ਉਂਗਲੀਆਂ ਤੇ ਪਹਿਲਾਂ ਜ਼ਖਮ ਹੋਏ ਤੇ ਉਂਗਲੀਆਂ ਤੇ ਕਿਵੇਂ ਸ਼ੁਰੂ ਹੋਏ ਸ਼ੂਗਰ ਹੋਈ ਸੀ ਆ ਕੂਲਰ ਬੰਦ ਕਰ ਦੋ 2 ਮਿੰਟ ਜਿਵੇਂ ਹੱਥਾਂ ਨੇ ਨੌ ਨੂੰ ਕਰੇ ਆਪੇ ਝੜਨ ਲੱਗ ਗਏ ਵੀ ਮੇਰਾ ਬਚ ਗਈਆਂ ਪਰਸੋਂ ਜੋ ਵੀ ਭਾਜੀ ਹੋਇਆ ਚਲਾਨ ਦੀ ਫਿਰ ਉਹਨਾਂ ਕੋਲ ਪਰਸੋਂ ਨੂੰ ਭੇਜ ਕੇ ਠੀਕ ਹੈ ਪਰੋਸੀ ਕੋਲ ਹੋਏ ਜਿਹਨੇ ਟੈਸਟ ਕਰਾਓ ਕਿਉਂਕਿ ਜਿਹਦੇ ਮੁੱਢੇ ਝੜਿਆ ਨਾ ਇਹ ਲੈਪਰੋਸੀ ਦੇ ਖਿਲਾਫ ਹੋਊਗਾ ਲੈਪਰੋਸੀ ਆਪਾਂ ਦੇਖਦੇ ਹਾਂ ਅੱਡ ਕੁੜੀਆਂ ਵਾਸਤੇ ਬਣਿਆ ਹੁੰਦਾ ਤੇ ਜਿਹੜਾ ਇਹ ਫੈਲਦਾ ਜਿਵੇਂ ਕਿ ਚੈੱਕ ਕਰਾ ਲਓ 2 ਮਿੰਟ ਹੋਗਾ ਜੀ ਜੇ ਉਹ ਹੋਇਆ ਤਾਂ ਫਿਰ ਇਹਨਾਂ ਦਾ ਦਿੱਲੀ ਹਸਪੀਟਲ ਲੈ ਗਏ ਨਿਰਮਲਾ ਹਸਪੀਟਲ ਸੈਂਟਰ ਸਰਕਾਰ ਦਾ ਕੁੜੀਆਂ ਦਾ ਬਣਾਇਆ ਸੀ ਹਸਪੀਟਲ ਨਹੀਂ ਕਹਿ ਸਕਦੇ ਸ਼ਹਿਰ ਹੀ ਆ ਅੰਦਰ ਹੀ ਉਹਦੇ ਦੁਕਾਨਾਂ ਅੰਦਰ ਹੀ ਹਸਪਤਾਲ ਅੰਦਰ ਹੀ ਟੈਕਸ ਆ ਇਹਨਾਂ ਨੂੰ ਰਹਿਣ ਨੂੰ ਉੱਥੇ ਪ੍ਰੋਪਰ ਜਾਨੀ ਕਿ ਘਰ ਦਿੱਤਾ ਗਿਆ ਹਸਪਤਾਲ ਅਸੀਂ ਉੱਥੇ ਸਾਡੇ ਗਏ ਬੰਦੇ ਤੁਹਾਨੂੰ ਮਿਲੇ ਕਿਉਂਕਿ ਬੜੀ ਬਿਮਾਰੀ ਹੈ ਲਾਗ ਵਾਲੀ ਬਿਮਾਰੀ ਹੈ ਜਿਹਦੇ ਉੱਤੇ ਕੋਈ ਜਾਣਾ ਬਲੱਡ ਦੇ ਨਾਲ ਕੱਢੀ ਉੱਥੇ ਹੋ ਸਕਦਾ ਲੇਕਿਨ ਜਿਹੜੇ ਵੀ ਆਹ ਲੱਛਣ ਆ ਨਾ ਮੋਟੇ ਮੋਟੇ ਝਾੜੇ ਆ ਉਹ ਨਾਲ ਸਹੀ ਚੈੱਕ ਕਰਾਓ ਠੀਕ ਹੈ ਨਾ ਯਾਨੀ ਕਿ 9 ਤੇਰੇ ਆਪੇ ਝੜ ਗਏ ਵੱਡੀ ਭਾਜੀ ਹੁਣ ਭਾਜੀ ਇਹ ਹੱਡੀਆਂ ਨਹੀਂ ਹੈ ਕਿ ਭਾਜੀ ਉਹ ਸ਼ੂਗਰ ਨੇ ਜੱਕਦਮ ਸ਼ੂਗਰ ਨੇ ਦਿੱਤਾ ਮਾਰ ਸ਼ੂਗਰ ਹੋ ਸਕਦਾ ਸ਼ੂਗਰ ਦਾ ਵੀ ਹੋਇਆ ਹੋਵੇ ਹਾਂਜੀ ਤਾਂ ਬਰਬਾਦ ਕਰਨਾ ਵਧੀਆ ਪੈਰ ਆ ਨਾ ਦੋਲੇ ਗੱਭਿਆਂ ਦੀ ਕਾਲੇ ਪੈ ਗਏ ਅਗਲੇ ਨਾਲ ਹੀ ਜੁੜੇ ਸੀ ਪਰ ਕਾਲੇ ਪੈ ਗਏ ਪੈਰ ਭਾਜੀ ਭਾਜੀ 4 ਮਹੀਨੇ ਹੋ ਗਏ ਬਾਥਰੂਮ ਦੀ ਪੈਪ ਨਾਲ ਹੀ ਲੱਗੀ ਪਿੰਡ 'ਚ ਕਿਸੇ ਨੇ ਨਹੀਂ ਭਾਜੀ ਪੁੱਛਿਆ ਤੇ 2 ਗ੍ਰਾਮ ਬਲੱਡ ਰਹਿ ਗਿਆ ਹੁਣ ਜਿਹੜੀ ਤੈਨੂੰ ਜ਼ਿੰਦਗੀ ਮਿਲੀ ਹੈ ਇਹ ਤੇਰੇ ਵਾਸਤੇ ਇੱਕ ਕਹਿੰਦੀ ਹੈ ਨਾ ਤੋਹਫਾ ਵਾ ਤੇ ਇਸ ਤੋਹਫੇ ਨੂੰ ਚੰਗੇ ਤਰੀਕੇ ਨਾਲ ਵਰਤਣਾ ਹੁਣ ਤੇਰੇ ਕੋਲ ਦਿਮਾਗ ਹੈਗਾ ਕਈ ਬੰਦੇ ਇੱਥੇ ਇਹੋ ਜਿਹੇ ਜਿਨ੍ਹਾਂ ਨੂੰ ਦਿਮਾਗ ਨਹੀਂ ਕੰਮ ਕਰਦਾ ਉਹਨਾਂ ਨਾਲ ਬੈਠ ਕੇ ਗੱਲਾਂ ਮਾਰਿਆ ਕਰ ਉਹਨਾਂ ਨਾਲ ਹਾਸਾ ਖੇਡਾ ਕਰਿਆ ਕਰ ਉਹਦੇ ਨਾਲ ਠੀਕ ਹੋ ਜਾਣਗੇ ਜਿਹਨੂੰ ਚੱਲ ਫਿਰ ਨਹੀਂ ਸਕਦਾ ਉਹ ਚੱਲ ਫਿਰ ਸਕਦੇ ਉਹਨਾਂ ਕੋਲ ਦਿਮਾਗ ਹੈ ਨਹੀਂ ਤੁਸੀਂ ਇੱਕ ਬੰਦੇ ਨੂੰ ਆਪਣੇ ਨਾਲ ਜੋੜ ਲਾ ਜਿਹਦਾ ਸਰੀਰ ਤਕੜਾ ਵਾ ਦਿਮਾਗ ਹੈ ਨਹੀਂ ਨਾਲ ਤਾਂ ਤੇਰੀ ਮਦਦ ਕਰੂ
ਤੇ ਨਾਲੇ ਤੂੰ ਉਹਦੀ ਮਦਦ ਜ਼ਰੂਰ ਕਰੀਏ ਭਾਈ। ਹੋਰ ਭਾਈ ਕੀ ਹਾਲ ਨੇ? ਨਾਮ ਦਾ ਭਾਈ ਹਰੇਕ ਨੂੰ ਇਹਦੇ ਭਾਜੀ ਲੱਤ ਦੀ ਕੀੜੇ ਸੀ, ਇਹਦੇ ਲੱਤ ਕੱਟਣੀ ਪਈ ਭਾਜੀ। ਇਹ ਵੇਰਕੇ ਤੋਂ ਮਿਲਿਆ ਭਾਜੀ ਆਪਣੇ ਅੰਮ੍ਰਿਤਸਰ ਦੇ। ਹੁਣ ਭਾਜੀ ਸਾਰੀ ਡਿਊਟੀ ਇਹਦੀ ਆ। ਇੱਕ ਦਿਨ ਚੱਲ ਗਿਆ ਭਾਜੀ, ਕਹਿੰਦਾ ਠੀਕ ਹੋ ਗਿਆ, ਪਰ ਇੱਕ ਰਾਤ ਰਿਹਾ, ਕਹਿੰਦਾ ਮੇਰਾ ਦਿਲ ਲੱਗਦਾ ਉਹਦੇ ਬਾਪੂ ਵੀ ਆ ਗਏ। ਇਹ ਬੰਦੇ ਆ ਜਿਨ੍ਹਾਂ ਦੇ ਸਹੂਲਤਾਂ ਚਲਾਉਣੀਆਂ ਇੱਦਾਂ ਦੇ ਬੰਦੇ ਸਾਡੇ ਕੋਲ ਇੱਦਾਂ ਦੇ ਬੰਦੇ ਆ ਸਾਰਾ ਵਾਹਿਗੁਰੂ ਨੇ ਭੇਜੇ ਹੋਏ ਕਿਉਂਕਿ ਇਹਨਾਂ ਨੇ ਤਕਲੀਫ ਦੇਖੀ ਆ ਬਾਈ। ਜਿਹੜੇ ਕੀੜੇ ਦਾ ਆਪਾਂ ਦਾ ਅਹਿਸਾਸ ਹੀ ਨਹੀਂ ਕਰ ਸਕਦੇ ਕੀੜੇ ਕਿੱਦਾਂ ਕੀ ਕਰਦੇ ਹੋ। ਇਹਨਾਂ ਨੇ ਅਹਿਸਾਸ ਕੀਤਾ ਜਦੋਂ ਇਹਨਾਂ ਕੋਲ ਕੋਈ ਹੋਰ ਕੀੜੇ ਹੁੰਦੇ ਨੇ ਉਹਨੂੰ ਪਤਾ ਵੀ ਤਕਲੀਫ ਕੀ ਹੈ ਤੇ ਇਹਨਾਂ ਨੂੰ ਸੇਵਾ ਦੀ ਭਾਵਨਾ ਤੋਂ ਵਾਹਿਗੁਰੂ ਨੇ ਇਹ ਲੱਤ ਵੀ ਬਾਏ ਲਵਾਤੀ ਹੁਣ ਭਾਜੀ। ਉਹ ਲੱਤ ਪਈ ਆ, ਮਤਲਬ ਤੁਰਦਾ ਫਿਰਦਾ ਆਇਆ ਸਾਰਾ ਉੱਪਰ ਦਾ ਦੇਖ ਰਹੇ ਕੀ ਕਰਦਾ। ਉਹ ਲੱਤ ਤੈਨੂੰ ਪਤਾ ਨਹੀਂ ਲੱਗਿਆ ਕਰਨਾ ਵੀ ਤੇਰੀ ਨਕਲੀ ਹੈ ਕਸਲੀ ਆ ਤੈਨੂੰ ਸਾਰਾ ਕੁਝ ਹੀ ਹੋਇਆ ਨਾ ਮੈਂ ਤੁਹਾਨੂੰ ਕਹਿੰਦਾ ਤਾਂ ਮੇਰਾ ਵੀ ਬਣ ਕੇ ਹੁਣ ਜੇ ਤੁਸੀਂ ਸਾਡਾ ਸਾਥ ਦਿਓਗੇ ਤਾਂ ਹੋਰ ਬੰਦਿਆਂ ਨੂੰ ਲਿਆਵਾਂਗੇ, ਹੋਰਾਂ ਦੀ ਸੇਵਾ ਕਰਾਂਗੇ। ਤੇਰੇ ਕਰਕੇ ਮੰਨ ਲਓ ਇੱਕ ਬੰਦਾ ਵੀ ਠੀਕ ਹੋ ਜਾਵੇ ਤੇਰਾ ਜੀਵਨ ਸਫਲ ਹੋ ਗਿਆ ਭਾਈ। ਠੀਕ ਹੈ ਨਾ? ਇਹ ਦੁਨੀਆਦਾਰੀ ਹੈ, ਇੱਥੇ ਹੈ ਕੁਛ ਨਹੀਂ ਗਾ। ਪੈਸਾ ਜਿਹਨੂੰ ਲੋਕ ਰੱਬ ਨੂੰ ਕਹਿੰਦੇ ਕਾਗਜ਼ ਆ ਸਕਦੇ ਪਰ ਰੱਬ ਬਣਾ ਲਿਆ ਲੋਕਾਂ ਨੇ। ਪਰ ਇਸ ਗੱਲ ਨੂੰ ਮੰਨੀ ਜਿਹੜੀ ਅਸਲ ਚੀਜ਼ ਆ ਉਹ ਇਹੀ ਆ ਜਿਹੜੀ ਤੇਰੇ ਕਰਮਾਂ 'ਚ ਤੈਨੂੰ ਮਿਲੀ ਆ। ਤੈਨੂੰ ਲੱਖ ਦੀ ਕੁਰਬਾਨੀ ਦੇ ਕੇ ਮਿਲੀ ਹੈ ਸੇਵਾ ਨੇ। ਤੇ ਹੁਣ ਇਹਨੂੰ ਸਾਂਭ ਲਾ। ਮੰਨਦਾ ਗੁਰੂ ਸਿੰਘ ਸਿੰਘ ਮੰਨਦਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜੀ। ਸਲਾਮ ਸਲਾਮ ਹਾਂਜੀ। ਪਾਕਿਸਤਾਨ ਨੇ ਰੱਬ ਬਸ ਕੀਤਾ ਦੇ ਨਦੀਆਂ ਪਾ ਕੇ ਰੋਵਾ ਐਂਦੇ ਨੇ ਬਾਤ ਦੀਵਾਨੇ ਨਾਲ ਦੀਆਂ ਜੜੀਆਂ ਨੂਰਾਂ ਭਗਤੀ ਤੇ ਸ਼ਕਤੀ ਦਾਤਾ ਪ੍ਰੇਮ ਦੇ ਵਿੱਚ ਹੋਵੇ ਰੱਬ ਨੂੰ ਫਿਰ ਆਉਣਾ ਪੈਂਦਾ ਪ੍ਰੇਮ ਵਿੱਚ ਖਿੱਚ ਹੋਵੇ ਔਰ ਪਬ ਜਦੋਂ ਹੁੰਦੇ ਉਹਦੀਆਂ ਲੱਗ ਜਾਣ ਦੇ ਮੋਰ ਭਗਤਾਂ ਨੇ ਰੱਬ ਬਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ ਪ੍ਰੇਮ ਦੀਆਂ ਪਾ ਕੇ ਡੋਰਾਂ। ਇਹ ਭਾਜੀ ਬਹੁਤ ਮਾੜੀ ਹਾਲਤ ਤੋਂ ਨਾ ਮਿਲੇ ਸੀ। ਇਹਨਾਂ ਦੀ ਬੇਟੀ 2 ਮਹੀਨੇ ਸੀ ਜਦੋਂ ਸਿੱਟੇ ਕਹਿੰਦੇ ਸਿੱਟੀ। ਇਹ ਕਹਿੰਦੇ ਮੇਰੀ ਵਾਈਫ ਨੇ ਸਿੱਟੀ। ਵਾਈਫ ਨੇ ਇਹਨਾਂ ਦੇ ਇਲਜ਼ਾਮ ਲਾਤਾ। ਪੁਲਿਸ ਨੇ ਟੌਰਚਰ ਕੀਤਾ, ਇਹਨਾਂ ਦੇ ਦਿਮਾਗੀ ਹਾਲਤ ਜਦੋਂ ਵਿਗੜ ਗਿਆ। ਜੇਲ੍ਹ 'ਚ ਵੀ ਰਹੇ ਪਰ ਉਹ ਜਿਹੜਾ ਸਾਬਤ ਨਹੀਂ ਹੋਇਆ ਗੁਨਾਹ ਜਿਹੜਾ, ਪਰ ਇਹਨਾਂ ਦੀ ਦਿਮਾਗੀ ਹਾਲਤ ਖਰਾਬ। ਘਰ-ਬਾਰ ਵਿਕ ਗਿਆ, ਰੋਡ ਤੇ ਆ ਗਏ, ਖਤਮ ਹੋ ਗਿਆ ਸਾਰਾ ਕੁਝ। ਪਰ ਜਦੋਂ ਅਸੀਂ ਲੈ ਕੇ ਆਏ ਭਾਜੀ ਸਾਨੂੰ ਪਤਾ ਸੀ ਕਿੱਦਾਂ ਲੈ ਕੇ ਆਏ। ਅੱਜ ਬਿਲਕੁਲ ਠੀਕ ਠਾਕ ਆ, ਪਰਮਾਤਮਾ ਦੀ ਬੜੀ ਕਿਰਪਾ। ਤੂੰ ਇਸੇ ਕੰਮ ਲਈ ਵੀ ਤੇਰਾ ਜਨਮ ਹੋਇਆ ਇੱਥੇ ਸੇਵਾ ਕਰਾਉਣ। ਹਾਂ ਜੀ, ਇੱਥੇ ਸੇਵਾ 'ਚ ਲੱਗ ਜਾ ਬਸ। ਹਾਂ ਸੇਵਾ ਹੀ ਮੈਂ ਦੇਖਦਾ ਰਹਿੰਦਾ ਮਾੜਾ ਮੋਟਾ ਇਦਾਂ ਹੀ ਸੇਵਾ ਤਾਂ ਹੁੰਦੀ ਲੱਤ ਦੋਸਤੀ ਕਰਕੇ ਨਾ ਚਲੋ ਜਿੰਨੀ ਬੈਠੇ ਗੱਲਾਂ ਗੁੱਲਾਂ ਬੰਦੇ ਤਾਂ ਤੁਸੀਂ ਖੇਡਦੇ ਤਾਂ ਅੱਜ ਗੱਲਾਂ ਬਾਤਾਂ ਕਰਦਾ ਰਹਿੰਦਾ ਜੀ ਉਹ ਵੀ ਸੇਵਾ ਹੀ ਆ। ਸਾਰਿਆਂ ਨੂੰ ਸੁਣਾ ਦਿਆ ਕਰੋ ਸ਼ਬਦ ਸ਼ੋਰ। ਅੱਜ ਪਿਆਰ ਕਰਦਾ ਮਜ਼ਾ ਦਿੱਤਾ ਜੋ ਪਿਆਰ ਕਰਨ ਦਾ ਮਜ਼ਾ ਤਾਂ ਆਉਂਦਾ ਜੇ ਕਰੋ ਦਿਲਾਂ ਵਿੱਚ ਖਿੱਚ ਹੋਵੇ ਬੈਠੇ ਹੋਈਏ ਆਪਾਂ ਸੈਂਕੜੇ ਮੂੰਹ ਲੇਕਿਨ ਦਿਲ ਦੋਹਾਂ ਦਾ ਇੱਕ ਹੋਵੇ ਲੋਕੀ ਮਾਰ ਦੇ ਤੀਰ ਜੁਦਾਈ ਵਾਲੇ ਜ਼ਖਮ ਦੋ ਤੇ ਦਰਦ ਇੱਕ ਹੋਵੇ ਮਰ ਕੇ ਮਿਟ ਜਾਵਾਂ ਭੁਲਾ ਨਹੀਂ ਤੁਹਾਡੇ ਪਿਆਰ ਦੀ ਖਾਤਰ ਲਾਸ਼ ਇੱਕ ਹੋਵੇ ਤੇ ਛਿਪਕ ਤੁਹਾਡੀਆਂ ਫੁਕੜੇ ਫੁਕੜੇ ਤੁਹਾਡੀ ਆ ਤੇ ਲਾਸ਼ ਫੁਕਣ ਹੁਕਮ ਤੁਹਾਡੇ ਕੋਲ ਹੋਵੇ ਵਾਹਿਗੁਰੂ ਵਾਹਿਗੁਰੂ ਬੰਮ ਬੰਮ ਭੋਲੇ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ। ਹਾਂਜੀ, ਤੁਹਾਨੂੰ ਸੇਵਾ ਬਖਸ਼ੇ ਸੱਚੇ ਪਾਤਸ਼ਾਹ ਨੇ। ਪ੍ਰਸ਼ਾਦੇ ਪਾਣੀ ਦੀ ਬੜੇ ਕਰਮਾਂ ਦੇ ਭਾਗਾਂ ਵਾਲੇ ਹੋ ਜਿਹੜਾ ਤੁਸੀਂ ਇਹ ਕਾਰਨ ਇਹ ਮਾਵਾ ਰੱਬ ਆ
ਜਿਹੜਾ ਅੱਜ ਦੇ ਸਮੇਂ 'ਚ ਦਿਮਾਗ ਨਹੀਂ ਹੈਗਾ ਉਹ ਰੱਬ ਹੀ ਆ। ਦਿਮਾਗ 'ਚ ਸ਼ੈਤਾਨ ਆ, ਆਪਾਂ ਦਿਮਾਗ 'ਚ ਸ਼ੈਤਾਨੀਆਂ ਲਿਆਉਂਦੇ ਆ, ਇਹਨਾਂ ਦੇ ਦਿਮਾਗ 'ਚ ਸ਼ੈਤਾਨੀ ਨਹੀਂ ਆਉਂਦੀ, ਇਹਨਾਂ ਦੇ ਦਿਮਾਗ 'ਚ ਰੱਬ ਵਸਦਾ। ਬਹੁਤ ਧੰਨਵਾਦ ਭੈਣ, ਬਹੁਤ ਚੰਗਾ ਲੱਗਿਆ ਤੁਸੀਂ ਇਸ ਪਰਿਵਾਰ ਨੂੰ ਚਲਾਉਣ 'ਚ ਮਦਦ ਕਰਦੇ ਹੋ। यही है कुर्बान बच्चे ऐसा देता है इस सब की सेवा करता है। ਬਾਬਾ ਜੀ ਇਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰ ਆਸਰਾ ਸੇਵਾ ਘਰ ਦੇ ਵਿੱਚ ਮੇਰੇ ਵੱਡੇ ਵੀਰ ਗੁਰਪ੍ਰੀਤ ਭਾਜੀ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਇਹਨਾਂ ਦੀ ਸਲਾਹ ਦੇ ਨਾਲ ਅਸੀਂ ਜਿੱਦਾਂ ਸਾਰਾ ਇਹ ਸੇਵਾ ਘਰ ਚਲਾਇਆ ਜਾਂਦਾ ਆ ਤੇ ਪਾਲਵੀਰ ਨੇ ਵੀ ਉੱਥੇ ਇੱਕ ਆਪਣਾ ਫਰਜ਼ ਸੁਸਾਇਟੀ ਚਲਾਈ ਜਾ ਰਹੀ ਹੈ। ਭਾਜੀ ਨੂੰ ਤਾਂ ਸਾਰੇ ਤੁਸੀਂ ਸਾਡੇ ਜਿਹੜੇ ਸਾਰੇ ਫੋਲੋਅਰ ਜਿਹੜੇ ਜਾਣਦੇ ਆ। ਬਹੁਤ ਚਿਰਾਂ ਬਾਅਦ ਭਾਜੀ ਨੇ ਅੱਜ ਇੱਥੇ ਚਰਨ ਪਾਏ ਆ ਤੇ ਕਾਫੀ ਸਾਲਾਂ ਤੋਂ ਕਹਿ ਰਹੇ ਸੀ ਭਾਜੀ ਆਓ ਆਓ, ਪਰ ਅੱਜ ਨਵਤੇਜ ਵੀਰ ਬਟਾਲੇ ਗਏ ਸੀ, ਸਾਰੇ ਉੱਥੇ ਇਕੱਠੇ ਹੋਏ ਸੀ ਤੇ ਆਉਂਦੇ ਹੋਏ ਭਾਜੀ ਨੂੰ ਕਿਹਾ ਵੀ ਹੋ ਕੇ ਜ਼ਰੂਰ ਜਾਣਾ। ਮੈਂ ਧੰਨਵਾਦ ਆ ਭਾਜੀ ਦਾ ਤੇ ਸਾਡੀ ਪੂਰੀ ਸੁਸਾਇਟੀ ਪੂਰੀ ਜਥੇਬੰਦੀ ਵੱਲੋਂ ਕਿ ਜਿਹੜਾ ਅੱਜ ਇੱਥੇ ਪਹੁੰਚਿਆ ਭਾਜੀ ਲੈ ਜੀ ਵੀ ਆਪਦੇ ਆਪ ਨੂੰ ਕਰਨ ਵਾਲੇ ਸਮਝਦੇ ਆ ਵੀ ਜਿਹੜਾ ਇੱਥੇ ਅੱਜ ਆਉਣ ਦਾ ਮੌਕਾ ਮਿਲਿਆ, ਕਿਉਂਕਿ ਇੱਥੇ ਰੱਬ ਦਾ ਵਾਸ ਆ। ਇੱਥੇ 98 ਰੱਬ ਜਿਵੇਂ ਕਹਿੰਦੀ 100 ਦੇ ਕਰੀਬ ਰੱਬ ਵਸਦੇ ਆ। ਆਪਾਂ ਰੱਬ ਕਹਿੰਦੇ 33 ਕਰੋੜ ਦੇਵੀ ਦੇਵਤਿਆਂ ਦੇ ਦੇਸ਼ 'ਚ ਰਹਿੰਦੇ ਆ। ਉਹ ਦੇਵੀ ਦੇਵਤੇ ਨਹੀਂ, ਅਸਲੀ ਦੇਵੀ ਦੇਵਤੇ ਤਾਂ ਇੱਥੇ ਆ ਕੇ ਦੇਖੋ ਤੁਸੀਂ ਆਪਣੇ ਗੁਰ ਆਸਰਾ ਘਰ ਦੇ ਵਿੱਚ ਜੇ ਤੁਸੀਂ ਆ ਕੇ ਦੇਖੋ ਤੁਹਾਨੂੰ ਇੱਥੇ ਰੱਬ ਮਿਲੂਗਾ। ਹਰ ਇੱਕ ਇਨਸਾਨ ਦੇ ਅੰਦਰ ਰੱਬ ਆਉਂਦਾ। ਬਾਬਾ ਦੀਪ ਸਿੰਘ ਗੜਦੀਵਾਲ ਸੇਵਾ ਦਾ ਵੀਰ ਉਹਨਾਂ ਦੀ ਸੇਵਾ ਮਨਜੋਤ ਉਹਨਾਂ ਦੀ ਆਇਓ ਇਹ ਪਾਲ ਆ ਸਾਡਾ ਛੋਟਾ ਵੀਰ, ਇਹਨੂੰ ਵੀ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਹੁਣ ਸੇਵਾ ਬਖਸ਼ੀ ਆ। ਜਿਵੇਂ ਸਾਡੇ ਪਰਿਵਾਰ ਥੋੜੇ ਵੱਡੇ ਹੋ ਗਏ ਨੇ, ਅਜੇ ਪਾਲ ਦਾ ਪਰਿਵਾਰ ਛੋਟਾ ਵਾ ਤੇ ਸੱਚੇ ਪਾਤਸ਼ਾਹ ਦਾ ਪਰਿਵਾਰ ਵੀ ਵਧਾਵੇ ਤੇ ਇਹਨੂੰ ਵੀ ਸੱਚੇ ਪਾਤਸ਼ਾਹ ਇੱਦਾਂ ਹੀ ਸੇਵਾ ਦਾ ਬਲ ਬਖਸ਼ਣ। ਇਹਨੂੰ ਵੀ ਸੱਚੇ ਪਾਤਸ਼ਾਹ ਇੱਦਾਂ ਹੀ ਇਸ ਸਹਾਰਿਆਂ ਦੀ ਧਿਰਾਂ ਦੀ ਧਿਰ ਬਣਨ ਦਾ ਤੇ ਆਸਰਿਆਂ ਦਾ ਆਸਰਾ ਬਣਨ ਦਾ ਮੌਕਾ ਬਖਸ਼ਣ ਸੱਚੇ ਪਾਤਸ਼ਾਹ। ਕਿਉਂਕਿ ਇਹ ਸੋਚ ਆ, ਜਿਹੜੀ ਸੋਚ ਆ ਨਾ ਬੰਦੇ ਨੂੰ ਉਹ ਸਭ ਕੁਝ ਚਾਹੁੰਦੀ। ਜੇ ਮਾੜੀ ਸੋਚ ਦਾ ਬੰਦਾ ਉਹਦੇ ਨਾਲ ਮਾੜਾ ਹੁੰਦਾ, ਜੇ ਆਪਾਂ ਚੰਗਾ ਸੋਚਾਂਗੇ ਤਾਂ ਚੰਗਾ ਹੀ ਹੋਊਗਾ। ਪਾਲ ਦੀ ਸੋਚ ਚੰਗੀ ਸੀ, ਮਨਜੋਤ ਦੀ ਸੋਚ ਚੰਗੀ ਸੀ, ਤਾਂ ਹੀ ਵਾਹਿਗੁਰੂ ਨੇ ਇਹਨਾਂ ਨੂੰ ਇੱਦਾਂ ਦੀਆਂ ਰੂਹਾਂ ਦੀ ਸੇਵਾ ਬਖਸ਼ੀ ਹੈ। ਤੇ ਅਸੀਂ ਹਰ ਇੱਕ ਭੈਣ ਭਰਾ ਨੂੰ ਪੰਜਾਬ ਦੇ ਹਰ ਇੱਕ ਵਾਸੀ ਨੂੰ ਬੇਨਤੀ ਕਰਦੇ ਹਾਂ ਵੀ ਜੇ ਆਪਾਂ ਸਾਰੇ ਆਪੋ ਆਪਣੀਆਂ ਡਿਊਟੀਆਂ ਸੰਭਾਲੀਏ ਨਾ ਤਾਂ ਆਪਾਂ ਉਹੀ ਪੰਜਾਬ ਦੁਬਾਰਾ ਵਾਪਸ ਲਿਆ ਸਕਦੇ ਹਾਂ ਜਿੱਥੇ ਇੱਦਾਂ ਦੇ ਘਰਾਂ ਦੀ ਲੋੜ ਨਹੀਂ ਸੀ ਪੈਂਦੀ। ਤੇ ਜੇ ਤੁਸੀਂ ਸਾਰੇ ਬੰਦੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ, ਅਸੀਂ ਪੁਰਾਣੇ ਪੰਜਾਬ ਦੀ ਗੱਲ ਕਰਦੇ ਹਾਂ ਵੀ ਕੋਈ ਬੈਰ ਵਿਰੋਧ ਨਹੀਂ ਹੁੰਦਾ ਸੀ, ਹਰ ਇੱਕ ਬੰਦਾ ਆਪਦੇ ਆਪ 'ਚ ਇੱਕ ਸੋਸ਼ਲ ਵਰਕਰ ਹੁੰਦਾ ਸੀ, ਹਰ ਬੰਦਾ ਇੱਕ ਸੋਸ਼ਲ ਕੰਮ ਕਰਦਾ ਸੀ, ਚਾਹੇ ਉਹ ਪਿੰਡ 'ਚ ਚਾਹੇ ਸਮਾਜ ਜਿੱਥੇ ਵੀ ਉਹਨੂੰ ਮਿਲਦਾ ਸੀ। ਪਰ ਅੱਜ ਅਸੀਂ ਪੈਸੇ ਦੇ ਮਗਰ ਲੱਗ ਗਏ ਹਾਂ, ਅੱਜ ਅਸੀਂ ਸ਼ੋਹਰਤ ਦੇ ਮਗਰ ਲੱਗ ਗਏ ਹਾਂ, ਸਾਡੀਆਂ ਲਾਲਚ ਵੱਧਦਾ ਜਾ ਰਿਹਾ। ਇਹਦੇ ਕਰਕੇ ਕਿਤੇ ਨਾ ਕਿਤੇ ਇਨਸਾਨੀਅਤ ਆ ਜਿਹੜੀ ਉਹ ਦਬਦੀ ਜਾ ਰਹੀ ਹੈ ਤੇ ਉਸੇ ਕਰਕੇ ਸਾਡੇ ਵਰਗੇ ਕਲਯੁਗੀਆਂ ਦੇ ਜਨਮ ਹੋਏ। ਸਾਨੂੰ ਸੱਚੇ ਪਾਤਸ਼ਾਹ ਨੇ ਕਲਯੁਗੀਆਂ ਨੂੰ ਸੇਵਾ ਬਖਸ਼ੀ ਇੱਦਾਂ ਦੀ ਵੀ ਜਿਹੜੇ ਸਾਨੂੰ ਗੁਰ ਆਸਰਾ ਘਰ ਆਪਣਾ ਫਰਜ਼ ਘਰ ਸੁਪਨਿਆਂ ਦਾ ਘਰ ਮਨੁੱਖਤਾ ਦੀ ਸੇਵਾ ਬਖਸ਼ਿਆ, ਜਿੱਥੇ ਅਸੀਂ ਇਹਨਾਂ ਲੋੜਵੰਦਾਂ ਨੂੰ ਬੇਸਹਾਰਿਆਂ ਨੂੰ ਰੱਖ ਕੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਹਾਂ, ਉਹਨਾਂ ਨੂੰ ਚੰਗਾ ਜ਼ਿੰਦਗੀ ਮਾਣ ਸਤਿਕਾਰ ਭਰਿਆ ਉਹ ਜਿਹੜਾ ਉਹਨਾਂ ਦਾ ਪਿਆਰ ਭਰਿਆ ਇੱਕ ਜੀਵਨ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੱਚੇ ਪਾਤਸ਼ਾਹ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਤੇ ਚੜ੍ਹਦੀ ਕਲਾ ਤੇ ਮਿਹਰ ਭਰਿਆ ਹੱਥ ਰੱਖਣ। ਅਸੀਂ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿ ਸਰਬੱਤ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ। ਗੁਰਪਿਆਰਿਓ, ਅੰਤ ਦੇ ਵਿੱਚ ਇੱਕੋ ਹੀ ਬੇਨਤੀ ਕਰਨਾ ਚਾਹਾਂਗੇ, ਜੋ ਸਾਨੂੰ ਗਰਾਊਂਡ ਜ਼ੀਰੋ ਦੇ ਉੱਤੇ ਕੰਮ ਕਰਦੀਆਂ ਹੋਈਆਂ ਸੰਸਥਾਵਾਂ ਨਜ਼ਰ ਆਉਂਦੀਆਂ ਨੇ, ਬੇਸ਼ੱਕ ਬਾਬਾ ਦੀਪ ਸਿੰਘ ਸੇਵਾ ਦਲ ਹੋਵੇ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਹੋਵੇ, ਖਾਲਸਾ ਏਡ ਹੋਵੇ, ਦਰਬਾਰੇ ਖਾਲਸਾ ਹੋਵੇ ਜਾਂ ਅਜਿਹੀਆਂ ਹੋਰ ਜਥੇਬੰਦੀਆਂ ਜੋ ਤੁਹਾਨੂੰ ਵਾਕਈ ਹੀ ਗਰਾਊਂਡ ਜ਼ੀਰੋ ਦੇ ਉੱਤੇ ਕੰਮ ਕਰਦੀਆਂ ਹੋਈਆਂ, ਵਿਚਰਦੀਆਂ ਹੋਈਆਂ ਲੋਕਾਂ ਦੀ ਮਦਦ ਕਰਦੀਆਂ ਨਜ਼ਰ ਆਉਂਦੀਆਂ ਨੇ, ਸਾਡਾ ਫਰਜ਼ ਬਣਦਾ ਹੈ ਕਿ ਪਹਿਲ ਦੇ ਆਧਾਰ ਤੇ ਅਸੀਂ ਆਪਣਾ ਦਸਵੰਧ ਕੱਢ ਕੇ ਅਜਿਹੀਆਂ ਸੰਸਥਾਵਾਂ ਦਾ ਸਾਥ ਦੇਈਏ, ਹੱਥੀਂ ਦਾਨ ਕਰੀਏ ਤਾਂ ਜੋ ਸਾਡੀ ਮਿਹਨਤ ਦਾ ਪੈਸਾ ਗਰੀਬ ਗੁਰਬਿਆਂ
ਤੱਕ ਪਹੁੰਚ ਸਕੇ, ਕਿਉਂਕਿ ਗੁਰਬਾਣੀ ਦਾ ਵੀ ਫਰਮਾਨ ਹੈ ਅਗਲੀ ਕੀਚੇ ਦਾਨ। ਤੇ ਜੇਕਰ ਅਸੀਂ ਸੋਚ ਸਮਝ ਕੇ ਆਪਣੇ ਖੂਨ ਪਸੀਨੇ ਦੀ ਕਮਾਈ ਦਾ ਦਸਵੰਧ ਦਾਨ ਨਹੀਂ ਕਰਾਂਗੇ ਤਾਂ ਉਹ ਕਿਸੇ ਵੀ ਲੇਖੇ ਨਹੀਂ ਲਿਖਿਆ ਜਾਣਾ। ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਢੋਂਗੀ ਅਜਿਹੇ ਆ ਗਏ ਨੇ ਜੋ ਡੇਰੇ ਖੋਲ ਕੇ ਬੈਠੇ ਹੋਏ ਨੇ, ਸੰਸਥਾਵਾਂ ਬਣਾ ਕੇ ਬੈਠੇ ਹੋਏ ਨੇ, ਦਿਖਾਵਾ ਬਹੁਤ ਕਰਦੇ ਨੇ, ਪਰ ਜ਼ਮੀਨੀ ਹਕੀਕਤ ਉੱਤੇ ਉਹ ਕੰਮ ਕੱਖ ਵੀ ਨਹੀਂ ਕਰਦੇ। ਬਸ NRI ਵੀਰਾਂ ਤੋਂ ਪੈਸਾ ਇਕੱਠਾ ਕਰਨ ਵਾਸਤੇ ਲੱਗੇ ਹੋਏ ਨੇ। ਇਸ ਲਈ ਹੱਥ ਬੰਨ੍ਹ ਕੇ ਬੇਨਤੀ ਇਹੀ ਕਰਾਂਗੇ ਕਿ ਤੁਸੀਂ ਜਿੱਥੇ ਵੀ ਆਪਣੇ ਦਸਵੰਧ ਦਾ ਪੈਸਾ ਦਿੰਦੇ ਹੋ, ਦਾਨ ਕਰਦੇ ਹੋ, ਇੱਕ ਵਾਰ ਨਜ਼ਰ ਜ਼ਰੂਰ ਮਾਰ ਲਿਆ ਕਰੋ ਕਿ ਗਰਾਊਂਡ ਜ਼ੀਰੋ ਦੇ ਉੱਤੇ ਉਹ ਸੰਸਥਾਵਾਂ ਵਾਕਈ ਹੀ ਉਹਨਾਂ ਕੰਮ ਕਰ ਰਹੀਆਂ ਨੇ ਜਿੰਨਾ ਦਿਖਾਇਆ ਜਾ ਰਿਹਾ ਹੈ, ਜਾਂ ਸਿਰਫ ਇਹ ਇੱਕ ਦਿਖਾਵਾ ਹੈ। ਕਿਉਂਕਿ ਅਗਰ ਗੱਲ ਭਾਈ ਗੁਰਪ੍ਰੀਤ ਸਿੰਘ ਮਿੰਟੂ ਦੀ ਕੀਤੀ ਜਾਵੇ ਜਾਂ ਕੜਦੀਵਾਲ ਵਾਲੇ ਬਾਬਾ ਦੀਪ ਸਿੰਘ ਸੇਵਾ ਦਲ ਵਾਲੇ ਸਿੰਘਾਂ ਦੀ ਕੀਤੀ ਜਾਵੇ ਤਾਂ ਉਹ ਸਮੇਂ-ਸਮੇਂ ਸਿਰ ਫੇਸਬੁੱਕ ਉੱਤੇ ਲਾਈਵ ਹੋ ਕੇ ਦਿਖਾਉਂਦੇ ਨੇ ਕਿ ਕਿੰਨੇ ਸਿੰਘਾਂ ਨੂੰ ਉਹਨਾਂ ਨੇ ਸਾਂਭਿਆ ਹੈ, ਕਿੰਨੇ ਪਰਿਵਾਰਾਂ ਨੂੰ ਉਹਨਾਂ ਨੇ ਸਾਂਭਿਆ ਹੈ, ਕਿੰਨੇ ਗਰੀਬਾਂ ਨੂੰ ਉਹ ਰਾਸ਼ਨ ਆਏ ਮਹੀਨੇ ਪਹੁੰਚਾਉਂਦੇ ਨੇ, ਤੇ ਕਿੱਦਾਂ ਗੁਰਪ੍ਰੀਤ ਸਿੰਘ ਮਿੰਟੂ ਕਿੰਨੇ ਹੀ ਬਜ਼ੁਰਗਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬੱਚਿਆਂ ਨੂੰ ਸਾਂਭੀ ਬੈਠੇ ਨੇ, ਜਿਨ੍ਹਾਂ ਦਾ ਉਹ ਇਲਾਜ ਵੀ ਕਰਵਾ ਰਹੇ ਨੇ, ਧਿਆਨ ਵੀ ਰੱਖ ਰਹੇ ਨੇ, ਤੇ ਇੱਕ ਸਵਰਗ ਸੰਜੋਇਆ ਹੋਇਆ ਹੈ ਉਹਨਾਂ ਨੇ। ਅਜਿਹੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਆਸ਼ੀਆਨਾ ਬਣਾਇਆ ਹੋਇਆ ਹੈ ਜਿਨ੍ਹਾਂ ਦਾ ਆਪਣਾ ਕੋਈ ਸਹਾਰਾ ਨਹੀਂ। ਪਰ ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਕਿ ਬਾਬੇ ਨਾਨਕ ਦੇ ਇਹ ਦੂਤ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਲੰਬੀ ਉਮਰ ਬਖਸ਼ੇ, ਤਾਂ ਜੋ ਗਰੀਬ ਗੁਰਬਿਆਂ ਦੀ ਅਜਿਹੀ ਸੇਵਾ ਬਾਦਸਤੂਰ ਚੱਲਦੀ ਰਹੇ ਤੇ ਕੋਈ ਵੀ ਬੇਇਲਾਜਾ ਜਾਂ ਭੁੱਖਾ ਇਸ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਨਾ ਸੋਵੇ, ਨਾ ਮਰੇ। ਤੇ NRI ਵੀਰਾਂ ਨੂੰ ਵੀ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਹਨਾਂ ਸੰਸਥਾਵਾਂ ਦਾ ਸਾਥ ਦਿੱਤਾ ਜਾਵੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।